ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ ਤਰੋ ਤਰ ਪਰ ਪੁਨ ਪੁਨ ਸੀਸਾ ਪੁਨ ਪੁਨ ਮੰਦੋਂ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਕੋਮਲਤਾ ਕੋ ਕਹੇ ਮਾਰ ਦਬ ਔਰ ਨਿਸ਼ਕ੍ਰੋਧ ਛਿਮਾ ਇਸ ਨਾਮ ਰਾਜ ਤਮ ਗੁਣ ਬਿਨ ਅੰਤਸ਼ ਕਰਨੰ ਭਾਵ ਸ਼ੁੱਧ ਭਾਕੇ ਅਬਿਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਯੋਗ ਸਾਧਨਾ। ਤੇ ਯੋਗ ਸਾਧਨਾ ਇੱਕ ਦੋ ਤਰ੍ਹਾਂ ਦੀ ਹੈ। ਇੱਕ ਹੱਠ ਯੋਗ ਹੈ ਜਿਹੜੇ ਯੋਗੀ ਲੋਕ ਕਰਦੇ ਸਨ, ਇੱਕ ਸਹਿਜ ਯੋਗ ਹੈ। ਤੇ ਕੁਝ ਗੱਲਾਂ ਐਸੀਆਂ ਹਨ ਜਿਹੜੀਆਂ ਸਹਿਜ ਯੋਗ ਅਤੇ ਹੱਠ ਯੋਗ ਦੋਹਾਂ ਦੇ ਵਿੱਚ ਹੀ ਜ਼ਰੂਰੀ ਹੈ। ਭਾਈ ਸਾਹਿਬ ਜੀ ਦੱਸ ਰਹੇ ਸੀ ਕਿ ਪਰਮੇਸ਼ਰ ਨਾਲ ਯੋਗ ਦਾ ਮਤਲਬ ਹੈ ਪਰਮੇਸ਼ਰ ਨਾਲ ਜੁੜਨਾ ਮਿਲਣਾ। ਪਰਮੇਸ਼ਰ ਨਾਲ ਮਿਲਣ ਦੇ ਲਈ ਜੀਵ ਨੂੰ ਕੀ ਕਰਨਾ ਚਾਹੀਦਾ, ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ। ਤੇ ਭਾਈ ਸਾਹਿਬ ਦੱਸ ਰਹੇ ਸਨ ਕਿ ਇਸ ਦੇ 8 ਪੁਆਇੰਟ ਹਨ, 8 ਅੰਗ ਹਨ। ਇਹਨਾਂ 8 ਨੂੰ ਸਾਧਨਾ ਪੈਣਾ ਹੈ। ਉਹਨਾਂ 8 ਦੇ ਵਿੱਚੋਂ ਪਹਿਲਾ ਸੀ ਯਮ, ਨੇਮ, ਆਸਣ ਲਾਉਣਾ, ਪ੍ਰਾਣਾਯਾਮ ਸਵਾਸਾਂ 'ਤੇ ਕੰਟਰੋਲ ਕਰਨਾ, ਪ੍ਰਤੀ ਆਹਾਰ ਹੈ, ਖਾਣਾ ਕਿੰਨਾ ਖਾਣਾ ਕਿੰਨਾ ਨਹੀਂ ਖਾਣਾ। ਇਹ ਚੀਜ਼ਾਂ 10ਵੇਂ ਪਾਤਸ਼ਾਹ ਨੇ ਆਪਣੇ ਬਚਨ ਵਿੱਚ ਵੀ ਰੱਖੀਆਂ। ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਬੋ ਹਵੈਬੋ ਤ੍ਰੈ ਗੁਣ ਅਤੀਤ ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨ ਮਨ ਸਿਓ ਲਿਆਵੈ ਤਬਿ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ। ਦੇਖੋ 10ਵੇਂ ਪਾਤਸ਼ਾਹ ਜੀ ਨੇ ਇਹਨਾਂ ਯੋਗ ਸਾਧਨਾ ਦੀਆਂ ਵਿਚਾਰਾਂ ਦਾ ਨਿਚੋੜ ਇੱਕ 8 ਪੰਕਤੀਆਂ ਦੇ ਸ਼ਬਦ ਵਿੱਚ ਹੀ ਰੱਖ ਦਿੱਤਾ। ਕੋ ਸਤਨਾਮ ਸਾਹਿਬ 10ਵੇਂ ਪਾਤਸ਼ਾਹ ਦਾ ਬਚਨ ਹੈ। ਤੋ ਇਹਨਾਂ 8 ਅੰਗਾਂ ਨੂੰ ਪ੍ਰਤੀ ਆਹਾਰ ਹੈ, ਖਾਣਾ ਕੀ ਖਾਣਾ ਹੈ, ਕਿੰਨਾ ਖਾਣਾ ਹੈ, ਕਦੋਂ ਖਾਣਾ ਹੈ, ਧਾਰਨਾ ਧਿਆਨ, 8ਵਾਂ ਅੰਗ ਸਮਾਧੀ। ਇਹਨਾਂ ਵਿੱਚੋਂ ਆਪਾਂ ਪਹਿਲੇ ਅੰਗ ਯਮ ਦੀ ਗੱਲ ਕਰ ਰਹੇ ਸੀ। ਯਮ ਦੇ ਵਿੱਚ ਆਪਾਂ ਪਹੁੰਚੇ ਸੀ, ਉਸ ਦੇ ਵੀ ਅੱਗੇ 10 12 ਜਾਂ 15 ਅੰਗ ਦੱਸੇ ਆ। ਯਮ ਵੀ ਤਾਂ ਸੰਪੂਰਨ ਹੋਵੇਗਾ ਜੇ ਇਹ 15 ਪੁਆਇੰਟ ਸਾਂਭਾਂਗੇ। ਆਪਾਂ ਕੱਲ੍ਹ ਗੱਲ ਕਰ ਰਹੇ ਸੀ ਕਿ ਸਿੱਖ ਨੂੰ ਕੋਮਲਤਾ ਵਰਤਣੀ ਚਾਹੀਦੀ ਹੈ। ਗੱਲਬਾਤ ਕਰਦੇ ਹਾਂ
ਸੰਸਾਰ ਦੇ ਵਿੱਚ ਵਿਚਰਦਿਆਂ ਇੱਕ ਦੂਸਰੇ ਨਾਲ ਕੋਮਲਤਾ, ਨਿਰਮਲਤਾ, ਨਿਮਰਤਾ ਵਰਤਣੀ ਚਾਹੀਦੀ ਆ। ਨਿਸ਼ਕਰੋਧ, ਕਰੋਧ ਤੋਂ ਬਚ ਕੇ ਰਹਿਣਾ ਚਾਹੀਦਾ। ਛੇਵਾਂ, ਦੂਸਰੇ ਨੂੰ ਮਾਫ ਕਰਨ ਦਾ ਮਾਦਾ ਹੋਣਾ ਚਾਹੀਦਾ। ਇਹ ਵਿਚਾਰਾਂ ਕੱਲ੍ਹ ਆਪਾਂ ਸਰਵਣ ਕਰ ਰਹੇ ਸੀ। ਆਓ ਅੱਗੇ ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕੋਮਲਤਾ ਕੋ ਕਹੇ ਮਾਰਦਾ ਉਰ ਨਿਸ਼ਕਰੋਧ ਛਮਾ ਇਸ ਨਾਮ। ਯਮ ਦਾ 10ਵਾਂ ਅੰਗ ਹੈ ਕੋਮਲਤਾ ਰੱਖਣੀ। 11ਵਾਂ ਅੰਗ ਹੈ ਖਿਮਾ ਰੱਖਣੀ। ਕ੍ਰੋਧ ਨੂੰ ਮਾਰ ਕੇ ਰੱਖਣਾ, ਇਹਦਾ ਨਾਮ ਹੈ ਜੀ ਰਾਜਤਮ ਗੁਣ ਬਿਨ ਅੰਤਸ਼ ਕਰਣੰ ਭਾਵ ਸ਼ੁੱਧ ਭਾਕੇ ਅਭਿਰਾਮ। ਰਜੋ ਤਮੋ ਸਤੋ ਇਹਨਾਂ ਗੁਣਾਂ ਤੋਂ ਉੱਚੇ ਰਹਿਣਾ ਹੈ। ਰਜੋ ਗੁਣ, ਤਮੋ ਗੁਣ, ਸਤੋ ਗੁਣ ਆਦਿ ਇਹਨਾਂ ਤਿੰਨਾਂ ਗੁਣਾਂ ਤੋਂ ਉੱਚੇ ਚੌਥੇ ਗੁਣ ਕਲ ਵਿੱਚ ਵਰਤਣਾ। ਹਮੇਸ਼ਾ ਭਾਵਨਾ ਸ਼ੁੱਧ ਰੱਖਣੀ ਹੈ ਹਰੇਕ ਦੇ ਪ੍ਰਤੀ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਉਹ ਕਦੇ ਵੀ ਜੁੜ ਨਹੀਂ ਸਕਦੇ। ਜਿਨ੍ਹਾਂ ਦੇ ਅੰਦਰ ਹੋਰ ਹੋਵੇ ਬਾਹਰ ਹੋਰ ਹੋਵੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਬਾਣੀ ਦਾ ਬਚਨ ਹੈ। ਇਸ ਕਰਕੇ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਣਾ ਚਾਹੀਦਾ। ਭਾਵਨਾ ਖਿਆਲ ਸ਼ੁੱਧ ਹੋਣੇ ਚਾਹੀਦੇ ਹਨ। ਹਰ ਕੋ ਪੀਰ ਨਾ ਦੇ ਬਚ ਕਰਨ ਤੇ ਨਾਮ ਹਿੰਸਾ ਲਖ ਸੁਖ ਧਾਮ। ਔਰ ਅਗਲਾ ਇਸ ਦਾ ਇੱਕ ਅੰਗ ਹੈ 13ਵਾਂ ਅਹਿੰਸਾ। ਅਹਿੰਸਾ ਦਾ ਮਤਲਬ ਹੈ, ਹਿੰਸਾ ਦਾ ਮਤਲਬ ਹੈ ਮਾਰਨਾ। ਆੜਾ ਅਹਿੰਸਾ ਦਾ ਮਤਲਬ ਹੈ ਨਾ ਮਾਰਨਾ। ਭਾਵ ਕਿਸੇ ਨੂੰ ਦੁੱਖ ਨਹੀਂ ਦੇਣਾ ਕਿਸੇ ਤਰ੍ਹਾਂ ਵੀ। ਨਾ ਜ਼ਬਾਨ ਦੇ ਨਾਲ ਵੀ ਅਸੀਂ ਦੁੱਖ ਦੇ ਦਿੰਦੇ ਹਾਂ। ਨਾ ਹੱਥ ਦੇ ਨਾਲ ਕੋਈ ਸ਼ਸਤਰ ਮਾਰ ਕੇ, ਕੋਈ ਡਾਂਗ ਸੋਟੀ ਮਾਰ ਕੇ, ਨਾ ਮੂੰਹ ਦੇ ਨਾਲ ਕੌੜਾ ਬੋਲ ਕੇ। ਇਦੋਂ ਵੀ ਸੂਖਮ ਹੈ ਦਿਮਾਗ ਦੇ ਵਿੱਚ ਕਿਸੇ ਪ੍ਰਤੀ ਮਾੜਾ ਸੋਚ ਕੇ ਵੀ ਅਸੀਂ ਦੁੱਖ ਦੇ ਸਕਦੇ ਹਾਂ। ਕੋ ਸਤਨਾਮ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹਨੇ ਰੱਬ ਦੇ ਨਾਲ ਜੁੜਨਾ ਹੈ ਉਹ ਇਹਨਾਂ ਤਿੰਨਾਂ ਪੁਆਇੰਟਾਂ ਨੂੰ ਵੀ ਜੀਵਨ ਵਿੱਚ ਵਰਤੇ। ਮਨ ਅਚੇਤ ਪਾਪ ਤੇ ਡਰ ਰਹੇ। ਅਚੇਤ ਪਾਪ ਜਿਹੜਾ ਦਿਖਾਈ ਤਾਂ ਨਹੀਂ ਦਿੰਦਾ ਪਰ ਅੰਦਰ ਸੋਚ ਦੇ ਨਾਲ ਹੀ ਕਰ ਰਿਹਾ ਮਨੁੱਖ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਇਲਾਕੇ ਦੇ ਵਿੱਚ ਗਏ ਤੇ ਆਪਣੇ ਸਾਥੀ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਆ ਡੇਰੇ ਵਿੱਚ ਜਾ ਸਾਹਮਣੇ। ਤੇ ਉੱਥੇ ਉਹਨਾਂ ਚੇਲਿਆਂ ਬਾਲਕਿਆਂ ਦਾ ਜਿਹੜਾ ਪੀਰ ਹੈ ਨਾ ਉਹਨੂੰ ਸੱਦ ਕੇ ਲਿਆ। ਤੇ ਜਦ ਮਰਦਾਨਾ ਡੇਰੇ 'ਚ ਗਿਆ ਤੇ ਉਹ ਮਿਲੇ ਚੇਲੇ ਬਾਲਕੇ ਜਿਹੜੇ ਨੌਕਰ ਚਾਕਰ ਸਨ ਉਹ ਸਾਧੂ ਦੇ। ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਗੁਰੂ ਕਿੱਥੇ ਹੈ, ਪੀਰ ਕਿੱਥੇ ਆ? ਉਹ ਕਹਿੰਦੇ ਜੀ ਉਹ ਤਾਂ ਭੋਰੇ 'ਚ ਬੈਠਾ ਹੈ। ਭੋਰੇ 'ਚ ਬੈਠਾ ਕਾਹਦੇ ਵਾਸਤੇ? ਉਹਨੇ ਚਾਲੀਆ ਸੁੱਖਿਆ ਹੋਇਆ। ਚਾਲੀਆ ਸੁੱਖਿਆ ਹੋਇਆ ਉਹ ਕਾਹਦੇ ਵਾਸਤੇ? ਕਹਿੰਦੇ ਇਹ ਨਹੀਂ ਸਾਨੂੰ ਪਤਾ, ਉਹ ਬਾਹਰ ਨਹੀਂ ਆਉਂਦਾ। ਮਰਦਾਨਾ ਵਾਪਸ ਹੈ, ਕਹਿੰਦਾ ਜੀ ਉਹ ਤਾਂ ਸਾਧ ਕਹਿੰਦਾ 40 ਦਿਨਾਂ ਬਾਹਰ ਨਿਕਲੂਗਾ। ਬਾਬਾ ਜੀ ਕਹਿੰਦੇ ਨਹੀਂ ਅੱਜ ਹੀ ਕੱਢਣਾ ਉਹਨੂੰ। ਉਹ ਤਾਂ ਬਹੁਤ ਗਲਤ ਸੋਚ ਕੇ ਬੈਠਾ, ਜਿਸ ਵਾਸਤੇ ਬੈਠਾ। ਜਾ ਦੁਬਾਰੇ ਜਾ ਉਹਨਾਂ ਨੂੰ ਕਹਿ ਵੀ ਤੁਹਾਨੂੰ ਮਿਲਣ ਵਾਸਤੇ ਇੱਕ ਬਾਬਾ ਨਾਨਕ ਪੀਰ ਆਇਆ ਹੈ ਔਰ ਤੁਹਾਡੇ ਪੀਰ ਦੇ ਨਾਲ ਗੱਲਬਾਤ ਕਰਨੀ ਹੈ। ਇੱਕ ਸਾਧੂ ਹੈ, ਸਾਧੂਆਂ ਨੂੰ ਸਾਧੂਆਂ ਨੇ ਮਿਲਣਾ ਹੀ ਹੈ। ਚੇਲਿਆਂ ਨੇ ਫਿਰ ਜਵਾਬ ਦੇ ਤਾ। ਮਰਦਾਨਾ ਕਹਿੰਦਾ ਜੀ ਉਹ ਕਹਿੰਦੇ ਉਹ ਨਹੀਂ ਆਉਂਦਾ 40 ਦਿਨਾਂ ਬਾਅਦ। 40 ਦਿਨਾਂ ਤੋਂ ਬਾਅਦ ਨਿਕਲੇਗਾ, ਉਦੋਂ ਪਹਿਲਾਂ ਨਹੀਂ ਨਿਕਲਦਾ। ਬਾਬਾ ਜੀ ਕਹਿੰਦੇ ਮਰਦਾਨੇ ਇੱਕ ਵਾਰੀ ਹੋਰ ਜਾਇਆ, ਨਹੀਂ ਫਿਰ ਮੈਂ ਸੱਦ ਲਊਂਗਾ। ਕਹੋ ਸਤਨਾਮ। ਕਹਿੰਦੇ ਚਲ ਠੀਕ ਹੈ ਜੀ। ਮਰਦਾਨਾ ਫੇਰ ਗਿਆ, ਜਾ ਕੇ ਕਹਿੰਦਾ ਬਈ ਤੁਹਾਡੇ ਸਾਧੂ ਨੂੰ ਕਹੋ ਵੀ ਸਾਧੂ ਮਿਲਣ ਵਾਸਤੇ ਆਏ ਨਾ, ਉਹਨਾਂ ਨੂੰ ਜਾ ਕੇ ਮਿਲ ਲੈਣ। ਉਹ ਕਹਿੰਦੇ ਤੈਨੂੰ ਕਹਿਦਾ ਯਾਰ ਉਹ ਨਹੀਂ ਨਿਕਲਦਾ। ਮਰਦਾਨਾ ਫੇਰ ਆ ਗਿਆ, ਕਹਿੰਦਾ ਜੀ ਉਹ ਨਹੀਂ ਆਉਂਦਾ। ਕਹਿੰਦੇ ਚੰਗਾ ਹੁਣ ਭੱਜਿਆ ਆਊਗਾ। ਪਾਤਸ਼ਾਹ ਨੇ ਕਲਾ ਵਰਤੀ। ਉਸ ਭੋਰੇ ਦੇ ਉੱਤੇ ਗੁੰਬਦ ਸੀਗਾ ਤੇ ਗੁੰਬਦ ਪਾਟ ਗਿਆ, ਵਿਚਾਲੇ ਤੇੜ ਆ ਗਈ ਉਹਦੇ। ਕਹੋ ਸਤਨਾਮ। ਜੋ ਤੇੜ ਆਈ ਤੇ ਫਿਰ ਤੈਨੂੰ ਪਤਾ ਵੀ ਇਹ ਤੇੜ ਆ ਗਈ ਤੇ ਫਿਰ ਤਾਂ ਇੱਥੋਂ ਸਾਰੀ ਆਪਾਂ ਬਾਹਰ ਨਿਕਲਾਂਗੇ ਭੱਜ ਕੇ ਵੀ ਯਾਰ ਹੈ ਛੱਤ ਨੂੰ ਕੀ ਹੋ ਗਿਆ, ਇਹ ਟੁੱਟੂਗੀ। ਉੱਤੋਂ ਜਦੋਂ ਸੂਰਜ ਦਿਸਿਆ ਤੇੜ ਵਿੱਚ ਦੀ ਤੇ ਭੱਜ ਕੇ ਬਾਹਰ ਨਿਕਲ ਗਿਆ। ਕਹਿੰਦੇ ਜੀ ਕੀ ਹੋ ਗਿਆ? ਕਹਿੰਦੇ ਗੁੰਬਦ ਪਾਟ ਗਿਆ। ਐਂ ਕਿਵੇਂ ਪਾਟ ਗਿਆ ਜੀ?
ਤੁਹਾਨੂੰ ਮਿਲਣ ਵਾਸਤੇ ਕੋਈ ਸਾਧ ਆਇਆ ਕਿ ਉਹਨੇ ਨਾ ਕੁਛ ਕਰਤਾ ਹੋਵੇ, ਕਹਿੰਦੇ ਕਿੱਥੇ ਆ, ਉਹ ਸਾਹਮਣੇ ਬੈਠਾ। ਫਿਰ ਗਿਆ ਭੱਜਿਆ, ਹਾਂ ਮਹਾਰਾਜ ਕਿਵੇਂ ਬੁਲਾਇਆ? ਕਹਿੰਦੇ ਤੂੰ ਕਿਵੇਂ ਭੋਰੇ 'ਚ ਬੈਠਾ? ਕਹਿੰਦਾ ਜੀ ਬਸ ਇਹ ਗੱਲ ਨਾ ਪੁੱਛੋ। ਕਹਿੰਦੇ ਤਾਈਆਂ ਤੈਨੂੰ ਬਾਹਰ ਕੱਢਿਆ ਭੋਰੇ 'ਚੋਂ, ਦੱਸ ਕੀ ਗੱਲ ਹੈ? ਗੱਲ ਕੀ ਹੈ ਜੀ? ਫਲਾਨਿਆਂ ਨੇ ਮੈਥੋਂ ਬੇਨਤੀ ਅਰਦਾਸ ਕਰਾਤੀ ਰੱਬ ਅੱਗੇ ਵੀ ਸਾਡੇ ਮੁੰਡਾ ਹੋ ਜੇ, ਤੇ ਮੈਂ ਕਹਿੰਦਾ ਵੀ ਮੁੰਡਾ ਤਾਂ ਹੋ ਜਾਊਗਾ, ਪਰ ਉਹ ਪਹਿਲਾ ਬੱਚਾ ਮੈਨੂੰ ਦੇਣਾ ਪਊਗਾ। ਉਹ ਤਾਂ ਕਹਿੰਦੇ ਦੇ ਦਿਆਂਗੇ, ਤੇ ਹੁਣ ਮੁੱਕਰ ਗਏ। ਹੁਣ ਉਹ ਗ੍ਰਸਤੀ ਪਰਿਵਾਰ ਹੈ ਜਿਹੜਾ ਜ਼ਿਮੀਂਦਾਰ ਜਾਂ ਜੋ ਵੀ ਹੈ, ਉਹ ਹੁਣ ਮੁੱਕਰ ਗਏ, ਮੈਨੂੰ ਉਹ ਮੁੰਡਾ ਦਿੰਦੇ ਨਹੀਂ। ਕਹਿੰਦੇ ਟਰੈਕਟਰ ਲੈ ਜਾ, ਪੈਸੇ ਲੈ ਜਾ, ਮੁੰਡਾ ਨਹੀਂ ਦੇ ਸਕਦੇ। ਕਹੋ ਸਤਨਾਮ। ਤੇ ਮਹਾਰਾਜ ਮੈਂ ਇਸ ਕਰਕੇ ਬੈਠਾ ਸੀਗਾ ਵੀ ਮੇਰੀਆਂ ਰਿੱਧੀਆਂ ਸਿੱਧੀਆਂ ਨਾਲ ਮੁੰਡਾ ਹੋਇਆ ਤੇ ਮੇਰੇ ਨਾਲ ਹੁਣ ਮੁੱਕਰਦੇ ਹੈ। ਮੈਂ ਸਾਰੇ ਪਿੰਡ ਨੂੰ 40 ਦਿਨਾਂ ਵਿੱਚ ਤਪੱਸਿਆ ਕਰਕੇ ਅੱਗ ਲਾ ਦੂੰਗਾ। ਦੱਸੋ ਇਹੋ ਜਿਹਾ ਬੰਦਾ ਰੱਬ ਨਾਲ ਕਿਵੇਂ ਜੁੜ ਜੂਗਾ? ਕਹੋ ਸਤਨਾਮ। ਕਹਿੰਦੇ ਭਲਿਆ ਮਾਨਸਾ, ਦੇਣ ਵਾਲਾ ਪਰਮੇਸ਼ਰ ਹੈ, ਤੇਰੀ ਵਾਹ ਮਿਲੀ ਤੈਨੂੰ ਵੀ ਪਰਮੇਸ਼ਰ ਨੇ ਦਿੱਤੀ ਹੈ। ਬਾਬੇ ਬੁੱਢੇ ਨੂੰ ਵਡਿਆਈ ਦਿੱਤੀ ਪਰਮੇਸ਼ਰ ਨੇ। ਪੁੱਤਰ ਹਰਗੋਬਿੰਦ ਸਾਹਿਬ ਗੁਰੂ ਆਏ ਦੇ ਘਰ ਆਏ, ਵਡਿਆਈ ਬਾਬੇ ਬੁੱਢੇ ਨੂੰ ਮਿਲ ਕੇ ਗੁਰੂ ਸਾਹਿਬ ਦਿੱਤੀ। ਸਤਿਗੁਰ ਨੂੰ ਆਪਣੀ ਵਡਿਆਈ ਭਾਵੇਂ ਗੁਰਸਿੱਖਾਂ ਕੀ ਜੈਕਾਰ ਕਰਾਵੇ। ਵਡਿਆਈ ਤਾਂ ਗੁਰੂ ਦੀ ਪਰਮੇਸ਼ਰ ਦੀ ਹੈ, ਪਰ ਗੁਰੂ ਅਰਜਨ ਦੇਵ ਜੀ ਨੇ ਵੀ ਵਡਿਆਈ ਬਾਬੇ ਬੁੱਢੇ ਨੂੰ ਦਿੱਤੀ। ਬਈ ਤੁਸੀਂ ਅਰਦਾਸ ਕਰੋ ਫਿਰ ਹੋਊਗਾ। ਕਹੋ ਸਤਨਾਮ। ਭਾਵੇਂ ਦੇ ਆਪ ਹੀ ਸਕਦੇ ਸੀ, ਐਸੀ ਗੱਲ ਨਹੀਂ ਸੀ ਕੋਈ। ਖੈਰ, ਤਾਂ ਉਹ ਸਾਧ ਨੂੰ ਸਮਝਾਇਆ ਵੀ ਗਲਤ ਗੱਲ ਹੈ, ਗ੍ਰਸਤੀਆਂ ਦੇ ਵਾਸਤੇ ਪੁੱਤਰਾਂ ਦੀ ਲੋੜ ਹੈ। ਜੇ ਤੈਨੂੰ ਪੁੱਤਰਾਂ ਦੀ ਲੋੜ, ਤੂੰ ਵਿਆਹ ਕਰਾ ਲਾ ਆਪਦਾ। ਇਹ ਕੀ ਮਤਲਬ ਹੋਇਆ ਵੀ ਜੇ ਕਿਸੇ ਦੇ ਘਰ ਪੁੱਤਰ ਹੋ ਗਿਆ ਤੇ ਤੂੰ ਉਹ ਪੁੱਤਰਾ ਮੰਗ ਲੈ, ਨਹੀਂ ਦਿੰਦਾ ਤਾਂ ਉਹਦੀ ਮਰਜ਼ੀ। ਉਹਨੂੰ ਪਹਿਲਾਂ ਇਸ ਕਰਕੇ ਇਹ ਬੈਠਾ ਸੀਗਾ ਸੁਰਤ ਦੇ ਨਾਲ ਸੰਸਾਰ ਨੂੰ ਦੁੱਖ ਦੇਣ ਵਾਸਤੇ। ਮਨ ਬਚ ਕਰਮ, ਬਚਨ ਕਰਕੇ, ਹੱਥ ਕਰਕੇ ਤੇ ਮਨ ਕਰਕੇ ਵੀ ਕਿਸੇ ਨੂੰ ਅਸੀਂ ਦੁੱਖ ਨਹੀਂ ਦੇਣਾ। ਇਹਨੂੰ ਕਹਿੰਦੇ ਆ ਅਹਿੰਸਾ। ਇਸ ਨੂੰ ਵਰਤਣਾ ਹੈ। ਇਹ ਹੈ ਇੱਕ ਪੁਆਇੰਟ ਜਮ ਦਾ 13ਵਾਂ। ਬ੍ਰਹਮਚਰਜ ਸੋ ਅਸ਼ਟ ਪ੍ਰਕਾਰਨਾ, ਮੈਥੁਨ ਤਿਆਗਨਾ ਹੈ ਨਿਸ਼ਕਾਮ। ਔਰ ਜਿਸਨੇ ਪਰਮੇਸ਼ਰ ਨੂੰ ਮਿਲਣਾ ਹੈ, ਉਹ ਇਹਨਾਂ ਕਾਮ ਵਾਸ਼ਨਾ ਵੱਲੋਂ ਵੀ ਧਿਆਨ ਨੂੰ ਮੋੜੇ ਥੋੜਾ ਜਿਹਾ। ਕਹੋ ਸਤਨਾਮ। ਬ੍ਰਹਮਚਰੀਆ ਰੱਖੇ। ਔਰ ਬ੍ਰਹਮਚਰੀਏ ਦੇ ਬਹੁਤ ਅਰਥ ਕਰਨਗੇ ਲੋਕ, ਪਰ ਬਾਬੇ ਨਾਨਕ ਨੇ ਗੁਰਬਾਣੀ ਮੁਤਾਬਕ ਜੋ ਕੀਤਾ ਉਹ ਬਿਲਕੁਲ ਸਹੀ ਆ। ਵੇਖ ਪਰਾਈਆਂ ਚੰਗੀਆਂ ਭੈਣਾਂ ਮਾਵਾਂ ਧੀਆਂ ਜਾਣੇ, ਇਹ ਹੋਇਆ ਬ੍ਰਹਮਚਰੀਆ। ਬ੍ਰਹਮਚਰੀਆ ਉਹ ਨਹੀਂ ਗੋਰਖਨਾਥ ਵਰਗਿਆਂ ਵਾਂਗੂ ਕਿ ਗ੍ਰਸਤੀ ਜੀਵਨ ਤਾਂ ਨਰਕਾਂ ਦਾ ਘਰ ਹੈ ਬਈ। ਜਿਹੜੇ ਗ੍ਰਸਤੀ ਹਨ ਉਹਨਾਂ ਨੂੰ ਰੱਬ ਨਹੀਂ ਮਿਲ ਸਕਦਾ। ਜਿਨ੍ਹਾਂ ਨੇ ਰੱਬ ਨੂੰ ਪਾਉਣਾ ਉਹ ਗ੍ਰਸਤੀ ਜੀਵਨ ਤਿਆਗ ਕੇ ਸਾਡੇ ਚੇਲੇ ਬਣ ਜਾਣ ਗੋਰਖਨਾਥ ਦੇ। ਅਸੀਂ ਰੱਬ ਨੂੰ ਮਿਲਾਵਾਂਗੇ। ਅੱਜ ਵੀ ਬਹੁਤ ਲੋਕ ਦੁਨੀਆ ਵਿੱਚ ਐਸੇ ਹੈ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਮਿਲਾ ਦਿਆਂਗੇ। ਰੱਬ ਕੋਈ ਦੇਖਣ ਵਾਲੀ ਜਾਂ ਐਦਾਂ ਫੜਨ ਵਾਲੀ ਚੀਜ਼ ਨਹੀਂ ਹੈ। ਕਹੋ ਸਤਨਾਮ। ਤੇ ਗੋਰਖਨਾਥ ਨੇ ਪਤਾ ਨਹੀਂ ਕਿੰਨੇ ਵੱਡੇ ਵੱਡੇ ਰਾਜਿਆਂ ਨੂੰ ਸ੍ਰਿਸ਼ਟੀ ਦੇ ਕੰਮ ਬੰਦ ਕਰਾ ਕੇ, ਕੰਨਾਂ 'ਚ ਮੁੰਦਰਾਂ ਪਾ ਕੇ ਰਾਜਿਆਂ ਨੂੰ ਮੰਗਤੇ ਬਣਾਤਾ। ਕਹੋ ਸਤਨਾਮ। ਮੰਗਣ ਤੌਰ ਤੇ। ਪਰ ਬਾਬਾ ਨਾਨਕ ਜੀ ਕਹਿੰਦੇ ਵੇਖ ਪਰਾਈਆਂ ਚੰਗੀਆਂ ਭੈਣਾਂ ਮਾਵਾਂ ਧੀਆਂ ਜਾਣੇ। ਜਦ ਐਦਾਂ ਦਾ ਸਾਡੀ ਮਾਈਂਡ ਹੋਵੇਗਾ, ਫਿਰ ਸਾਡੇ ਅੰਦਰ ਜਿਹੜਾ ਹੈ ਵਿਸ਼ੇ ਵਿਕਾਰ ਕਿਵੇਂ ਪੈਦਾ ਹੋਣਗੇ। ਭਾਈ ਗੁਰਦਾਸ ਜੀ ਨੂੰ ਪੁੱਛੀਏ ਤੇ ਉਹਨਾਂ ਨੇ ਵੀ ਸੋਹਣੀ ਗੱਲ ਦੱਸੀ ਆ। ਉਹ ਕੀ ਕਹਿੰਦੇ ਹਨ? ਏਕਾ ਨਾਰੀ ਜਤੀ ਹੋਏ, ਪਰ ਨਾਰੀ ਤੀ ਭੈਣ ਵਖਾਣੇ। ਗ੍ਰਸਤੀ ਜੀਵਨ ਨੂੰ ਮਾੜਾ ਨਹੀਂ ਕਿਹਾ। ਜੇ ਗ੍ਰਸਤੀ ਜੀਵਨ ਨਾ ਹੁੰਦਾ ਤੇ ਬਾਬਾ ਨਾਨਕ ਜੀ ਕਿਵੇਂ ਸੰਸਾਰ ਵਿੱਚ ਜਨਮ ਲੈਂਦੇ? ਕਹੋ ਸਤਨਾਮ। ਕਿਵੇਂ ਅਵਤਾਰ ਲੈਂਦੇ? ਉਹ ਵੀ ਤਾਂ ਮਾਤਾ ਦੇ ਰਾਹੀਂ ਦੁਨੀਆ ਵਿੱਚ ਆਏ। ਇਸ ਕਰਕੇ ਬ੍ਰਹਮਚਰੀਏ ਦੀ ਗੱਲ ਆ ਗਈ। ਹੁਣ ਕੱਲ੍ਹ ਆਪਾਂ ਇੱਥੇ ਵਿਚਾਰ ਛੱਡੀ ਸੀ। ਬ੍ਰਹਮਚਰੀਆ ਜਿਹੜਾ ਹੈ ਇਹ ਵੀ ਮਨੁੱਖ ਦਾ 8 ਢੰਗਾਂ ਦੇ ਨਾਲ ਖਤਮ ਹੁੰਦਾ ਹੈ। ਇੱਕ ਤਾਂ ਸਿੱਧਾ ਹੀ ਮੈਥਨ ਕਰਕੇ, ਭਾਵ ਕਾਮ ਵਾਸ਼ਨਾ ਵੱਲੋਂ ਧਿਆਨ ਮੋੜ ਕੇ ਨਿਸ਼ਕਾਮ ਭਾਵਨਾ ਦੇ ਨਾਲ ਪਰਮੇਸ਼ਰ ਨਾਲ ਜੁੜਨਾ ਚਾਹੀਏ ਜੀ। ਸਿਰਮਨ ਸਰਵਣ ਕੀ ਦਿਆਰ ਦੇਖਣਾ, ਗਉ ਭਾਖਨ ਸੰਕਲਪ ਸੁਖੀਨਾ। ਔਰ ਅਗਲੇ 7 ਪੁਆਇੰਟ ਹੈ ਬ੍ਰਹਮਚਰੀਏ ਨੂੰ ਰੱਖਣ ਦੇ। ਸਿਮਰਨ, ਸਿਮਰਨ ਹੁੰਦੀ ਹੈ ਯਾਦ। ਹੁਣ ਇੱਥੇ ਆਹ ਸਿਮਰਨ ਨਹੀਂ ਵਾਹਿਗੁਰੂ ਮੰਤਰ ਦਾ, ਇੱਥੇ ਸਿਮਰਨ ਹੈ ਕਿਸੇ ਇਸਤਰੀ ਨੂੰ ਧਿਆਨ ਧਰ ਕੇ ਉਹਦੇ ਬਾਰੇ ਸੋਚੀ ਜਾਣਾ। ਇਹ ਉਹਦਾ ਸਿਮਰਨ ਹੈ। ਕਹੋ ਸਤਨਾਮ। ਤਾਂ ਇਹ ਸਿਮਰਨ ਗਲਤ ਹੈ। ਭਾਵ ਕਿਸੇ ਨੂੰ ਗਲਤ ਸੋਚ ਨਾਲ ਯਾਦ ਕਰਨਾ,
ਕਿਸੇ ਇਸਤਰੀ ਨੂੰ ਜਾਂ ਕਿਸੇ ਇਸਤਰੀ ਨੇ ਕਿਸੇ ਮਨੁੱਖ ਨੂੰ, ਦੋਨਾਂ ਵਾਸਤੇ ਹੀ ਹੈ ਬਾਣੀ। ਤਾਂ ਪਾਤਸ਼ਾਹ ਜੀ ਕਹਿੰਦੇ ਸਿਮਰਨ ਕਰਨਾ, ਦਿਮਾਗ ਦੇ ਵਿੱਚ ਵਿਸ਼ੇ ਵਿਕਾਰਾਂ ਨੂੰ ਹਮੇਸ਼ਾ ਯਾਦ ਕਰੀ ਜਾਣਾ। ਸਰਵਣ ਜਾਂ ਇਕਾਂਤ ਵਿੱਚ ਬੈਠ ਕੇ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਸੁਣਨੀਆਂ। ਕੇਲ ਕਰਨਾ ਜਾਂ ਇਕਾਂਤ ਵਿੱਚ ਜਾ ਕੇ ਆਪਣੀ ਪਤਨੀ ਨੂੰ ਤਿਆਗ ਕੇ ਕਿਸੇ ਪਰ ਇਸਤਰੀ ਦੇ ਨਾਲ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਕਰਨੀਆਂ। ਔਰ ਦੇਖਣਾ ਅੱਖਾਂ ਦੇ ਨਾਲ ਵੀ ਅਸੀਂ ਇਹ ਗਲਤੀ ਕਰ ਸਕਦੇ ਹਾਂ। ਸਾਰਾ ਦਿਨ ਅਸੀਂ ਕਿਸੇ ਡਿਊਟੀ 'ਤੇ ਵੀ ਬੈਠੇ ਹਾਂ, ਪਰ ਉੱਥੋਂ ਲੰਘਦੀਆਂ ਇਸਤਰੀਆਂ ਨੂੰ ਜਦ ਦੇਖਦੇ ਹਾਂ ਤੇ ਉਹਨਾਂ ਦੇ ਸਰੂਪ ਨੂੰ ਦੇਖ ਕੇ ਦਿਮਾਗ ਵਿੱਚ ਪੁੱਠਾ ਸਿੱਧਾ ਸੋਚਣਾ। ਜਿਸ ਤਰ੍ਹਾਂ ਹੁਣ ਜਿਹੜੇ ਕੁਝ ਸਾਧ ਜੇਲ੍ਹਾਂ 'ਚ ਬੈਠੇ ਨੇ, ਹੁਣ ਵੇਖਣ ਨੂੰ ਤਾਂ ਉਹ ਸਾਧ ਸੀ ਨਾ, ਪਰ ਅੰਦਰ ਉਹਨਾਂ ਦੇ ਚੀਜ਼ਾਂ ਚੱਲਦੀਆਂ ਸੀ, ਤਾਈਓ ਤੋਂ ਫਸੇ। ਕੋਈ ਸਤਨਾਮ ਸੀ। ਬਾਹਰੀ ਤੌਰ 'ਤੇ ਚਿੱਟਾ ਦਾੜਾ ਹੋ ਜਾਣਾ ਜ਼ਰੂਰੀ ਨਹੀਂ ਵੀ ਉਹਨੂੰ ਬ੍ਰਹਮਚਾਰੀ ਕਹਿ ਦਈਏ ਜਾਂ ਉਸ ਨੂੰ ਬੁੱਢਾ ਕਹਿ ਦਈਏ ਵੀ ਤਾਂ ਬੁੱਢਾ ਹੋ ਗਿਆ। ਹੁਣ ਇਹ ਤਾਂ ਨਹੀਂ ਗੱਲ ਸੋਚ ਸਕਦਾ। ਮਸਕੀਨ ਜੀ ਵੀ ਕਹਿੰਦੇ ਸੀਗੇ ਕੋਈ ਚਿੱਟਾ ਦਾੜਾ ਵੇਖ ਕੇ ਮਨ ਨੂੰ ਕਮਜ਼ੋਰ ਨਾ ਸਮਝੇ। ਕੋਈ ਸਤਨਾਮ, ਇਹ ਮਨ ਬੜਾ ਭੈੜਾ ਹੈ, ਮਨ ਬੁੱਢਾ ਹੁੰਦਾ ਹੀ ਨਹੀਂਗਾ। ਮਨ ਕੇ ਮਤੇ ਨਾ ਚਾਲੀਏ, ਮਨ ਪਲਕ ਪਲਕ ਵਿੱਚ ਹੋਰ। ਮਨ ਰਾਜਾ ਮਨ ਮੰਗਤਾ, ਮਨ ਸਾਧੂ ਮਨ ਚੋਰ। ਮਨ ਕੇ ਮਤੇ ਨਾ ਚਾਲੀਏ, ਮਨ ਪਲਕ ਪਲਕ ਵਿੱਚ ਹੋਰ। ਤਾਂ ਬ੍ਰਹਮਚਰੀਆ ਫਿਰ ਇਹਨਾਂ ਚੀਜ਼ਾਂ ਨੂੰ ਸਮਝਣਾ ਪੈਣਾ। ਆਪਣੀ ਦੇਖਣ ਦੀ ਨਿਗਾਹ ਵੀ ਸੰਭਾਲਣੀ ਪੈਣੀ ਆ, ਕੰਟਰੋਲ ਕਰਨਾ ਪੈਣਾ। ਤਾਈਓ ਰਿਸ਼ੀ ਮੁਨੀ ਜਿਹੜੇ ਜ਼ਿਆਦਾਤਰ ਥੱਲੇ ਹੀ ਦੇਖਦੇ ਆ, ਬਾਹਰ ਘੱਟ ਹੀ ਦੇਖਦੇ ਆ, ਔਰ ਦੇਖਦੇ ਆ ਵੀ ਤੇ ਧੀ ਭੈਣ ਸਮਝ ਕੇ ਹੀ ਦੇਖਦੇ ਆ। ਕੋਈ ਸਤਨਾਮ। ਗੋਹਜ ਗੁਪਤ ਵਿੱਚ ਬੈਠ ਕੇ ਕਿਸੇ ਨੂੰ ਪਤਾ ਨਾ ਲੱਗ ਜਾਵੇ, ਭਾਖਣਾ। ਗੋਹਜ ਪਾਸੇ ਬੈਠ ਕੇ, ਇਕਾਂਤ ਵਿੱਚ ਬੈਠ ਕੇ ਪੁੱਠੀਆਂ ਸਿੱਧੀਆਂ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਕਰਨੀਆਂ। ਸੰਕਲਪ ਸ਼ੌਕੀਨ, ਦਿਮਾਗ ਦੇ ਵਿੱਚ ਫੁਰਨਾ ਬਣਾਈ ਜਾਣਾ, ਮੈਂ ਇਹ ਕੰਮ ਕਰਕੇ ਹਟੂੰਗਾ। ਸੰਕਲਪ ਕਰਨੇ। ਜਿਸ ਤਰ੍ਹਾਂ ਗੁਰੂ ਪਿਆਰਿਓ ਬਹੁਤ ਸਾਰੇ ਛੋਟੀਆਂ ਛੋਟੀਆਂ ਬੱਚੀਆਂ ਦੇ, ਵੱਡੀਆਂ ਬੱਚੀਆਂ ਦੇ ਜਿਹੜੇ ਉਹਨਾਂ ਦੇ ਨਾਲ ਗਲਤ ਐਕਸੀਡੈਂਟ ਹੋ ਜਾਂਦੇ ਆ ਇਸ ਤਰ੍ਹਾਂ ਦੇ, ਅਤੇ ਜਿਹੜੇ ਉਹ ਬੰਦੇ ਕਰਨ ਵਾਲੇ ਹੈ ਉਹ ਦਿਨ ਰਾਤ ਇਹੀ ਸੋਚੀ ਜਾਂਦੇ ਹੋਣਗੇ, ਤਾਈਓ ਤਾਂ ਉਹ ਇਸ ਪਾਸੇ ਚੱਲਦੇ ਆ। ਕੋਈ ਸਤਨਾਮ। ਉਹਨਾਂ ਨੂੰ ਉਸ ਵੇਲੇ ਨਾ ਜੇਲ੍ਹ ਯਾਦ ਆਉਂਦੀ ਹੈ, ਨਾ ਪਰਿਵਾਰ ਦੀ ਇੱਜ਼ਤ, ਨਾ ਆਪ ਦੀ ਇੱਜ਼ਤ। ਉਹਨਾਂ ਦੇ ਦਿਮਾਗ 'ਚ ਇੱਕੋ ਹੀ ਗੱਲ ਚੱਲਦੀ ਰਹਿੰਦੀ ਹੈ, ਅਤੇ ਜਦੋਂ ਫਿਰ ਉਹ ਕੰਮ ਕਰ ਜਾਂਦੇ ਆ ਅਤੇ ਫਿਰ ਉਹ ਫੜੇ ਜਾਂਦੇ ਆ, ਫਿਰ ਸਾਰੀ ਜ਼ਿੰਦਗੀ ਉਹਨਾਂ ਦੀ ਜੇਲ੍ਹਾਂ ਵਿੱਚ ਨਿਕਲਦੀ ਆ। ਸੋ ਬ੍ਰਹਮਚਰੀਏ ਨੂੰ ਰੱਖਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਜੀਵ ਨੂੰ ਇੰਨੇ ਪੁਆਇੰਟਾਂ 'ਤੇ ਖਿਆਲ ਦੇਣਾ ਪੈਣਾ ਜੀ। ਆਦਿ ਵਾਸਿੰਗ ਕਿਰਿਆ ਨਿਵਰਤੈ, ਇਹ ਮੈਥਨ ਅਸ਼ਟਾਂਗ ਵਿਹੀਨ। ਇਹ ਹੈ ਬ੍ਰਹਮਚਾਰੀ ਰਹਿਣ ਵਾਸਤੇ ਮੈਥਨ ਹੁੰਦਾ ਹੈ ਸੰਪਰਕ। ਕਹਿਣ ਲੱਗੇ ਇਸ ਤੋਂ ਬਚ ਕੇ ਇਹਨਾਂ 8 ਪੁਆਇੰਟਾਂ 'ਤੇ ਆਪਣੇ ਗਿਆਨ ਇੰਦਰੀਆਂ 'ਤੇ, ਕਰਮ ਇੰਦਰੀਆਂ 'ਤੇ ਧਿਆਨ ਦੇਣਾ। ਇਹਨਾਂ ਕਰਮ ਇੰਦਰੀਆਂ ਨੂੰ ਸਹੀ ਵਰਤਣਾ। ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸਰਵਨੋ ਮੇਰਿਓ ਸਾਚੈ ਸੋਨੇ ਨੂੰ ਪਠਾਏ, ਸਾਚੈ ਸੋਨੇ ਨੂੰ ਪਠਾਏ ਸਰੀਰ ਲਾਏ। ਸੁਣੋ ਤਾਂ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਬਾਣੀ ਸੁਣਨ ਵਾਸਤੇ ਲਾਇਆ, ਤੇ ਬਾਣੀ ਸੁਣੋ। ਸੁਣੋ ਸਤਬਾਣੀ, ਗੁਰਬਾਣੀ ਸੁਣੋ, ਗੁਰੂ ਦੀਆਂ ਗੱਲਾਂ ਸੁਣੋ। ਤੁਹਾਨੂੰ ਕਾਹਦੇ ਵਾਸਤੇ ਲਾਇਆ? ਇਹ ਰਸਨਾ ਧੂੰਆਂ ਰਸ ਰਾਚਰੀ ਸ਼ਹਿਦ। ਕਬੀਰ ਸਾਹਿਬ ਜੀ ਨੇ ਤਾਈਓ ਕਹਿ ਦਿੱਤਾ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨੇ ਬੱਗ। ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਸ਼ਾਇਦ ਉਹਨਾਂ ਨੂੰ ਉੱਥੇ ਕਾਸ਼ੀ ਦੇ ਵਿੱਚ ਐਸੀ ਘਟਨਾ ਦਿਖਾਈ ਦੇ ਰਹੀ ਆ। ਕੋਈ ਸਤਨਾਮ। ਹਰਿਦੁਆਰ ਕਾਸ਼ੀ ਦੇ ਵਿੱਚ ਉਹ ਰਹਿੰਦੇ ਹਨ, ਤਾਂ ਉਹਨਾਂ ਨੇ ਇਹ ਚੀਜ਼ ਦੇਖੀ ਆ ਉੱਥੇ। ਤਾਂ ਉਹਨਾਂ ਨੂੰ ਕਹਿਣਾ ਪਿਆ ਬਈ ਇਹ ਅੰਦਰੋਂ ਬਾਹਰ ਹੈ, ਅਤੇ ਅੰਦਰੋਂ ਹੋਰ ਹੈ ਅਤੇ ਬਾਹਰੋਂ ਹੋਰ ਹੈ। ਵੇਖਿਓ ਕਿਤੇ ਇਹਨਾਂ ਨੂੰ ਵੇਖ ਕੇ ਫਸ ਨਾ ਜਾਇਓ। ਅਤੇ ਬਹੁਤ ਲੋਕ ਫਸੇ ਇਹੋ ਜਿਹੇ ਪਖੰਡੀਆਂ ਸਾਧਾਂ ਦੇ ਚੁੰਗਲ ਦੇ ਵਿੱਚ, ਬਹੁਤ ਲੋਕ ਫਸੇ। ਪ੍ਰੀਤਮ ਦਾ ਬਚਨ ਹੈ ਬੜਹੰਸ ਰਾਗ ਦੇ ਵਿੱਚ, ਮੈਂ ਜਾਣਿਆ ਬੜਹੰਸ ਹੈ ਤਾਂ ਮੈਂ ਕੀਤਾ ਸੰਗ, ਮੈਂ ਸੋਚਿਆ ਇਹ ਤਾਂ ਬੜਹੰਸ ਹੈ। ਬੜਹੰਸ ਦਾ ਮਤਲਬ ਮਹਾਂਪੁਰਖ।
ਵੱਡ ਵੱਡਾ ਹੰਸ ਹੰਸ। ਹੰਸ ਜਿਹੜਾ ਹੈ ਉਹਦੀ ਖੁਰਾਕ ਹੈ ਮਾਨ ਸਰੋਵਰ 'ਤੇ ਰਹਿਣਾ ਅਤੇ ਮੋਤੀ ਖਾਣਾ। ਉਹ ਬਗਲੇ ਦੀ ਨਿਆਈ ਡੱਡੂਆਂ ਮੱਛੀਆਂ ਨੂੰ ਨਹੀਂ ਖਾਂਦਾ, ਪਰ ਉਹਦਾ ਰੰਗ ਚਿੱਟਾ ਹੀ ਹੁੰਦਾ ਬਗਲੇ ਵਾਂਗੂ। ਪਰ ਬਗਲੇ ਅਤੇ ਹੰਸ ਵਿੱਚ ਇਹੋ ਹੀ ਫਰਕ ਹੈ ਬਈ ਹੰਸ ਆਪਣੀ ਖੁਰਾਕ ਖਾਂਦਾ ਮੋਤੀਆਂ ਦੀ, ਬਗਲਾ ਜੋ ਮਰਜ਼ੀ ਖਾਈ ਜਾਂਦਾ। ਗੁਰਮੁਖ ਜਿਹੜਾ ਹੈ ਉਹਨੂੰ ਹੰਸ ਕਿਹਾ, ਜਿਵੇਂ ਭਾਈ ਪਾਰੋ ਨੂੰ ਪਰਮਹੰਸ ਕਿਹਾ ਬਾਬਾ ਜੀ ਨੇ, ਤੀਜੇ ਪਾਤਸ਼ਾਹ ਜੀ ਨੇ। ਗੁਰਮੁਖ ਜਿਹੜਾ ਉਹ ਪਰਮਹੰਸ ਹੈ। ਇਸ ਕਰਕੇ ਗੁਰੂ ਪਿਆਰਿਓ ਹੰਸ ਤੋਂ ਵੀ ਵੱਡਾ ਕਿਹਾ। ਇੱਥੇ ਵਡਹੰਸ ਕਹਿ ਦਿੱਤਾ, ਵਡਹੰਸ ਰਾਗ ਦਾ ਸ਼ਬਦ ਹੈ ਇਹ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ। ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ। ਹੰਸਾਂ ਨੂੰ ਤਰਦੇ ਵੇਖਦਿਆਂ ਬਗਲਿਆਂ ਨੇ ਸੋਚਿਆ ਵੀ ਅਸੀਂ ਤੈਰ ਸਕਦੇ ਹਾਂ। ਹੁਣ ਬਗਲਾ ਤੈਰ ਨਹੀਂ ਸਕਦਾ, ਪੱਤਣ 'ਤੇ ਖੜ੍ਹ ਕੇ ਡੱਡਾਂ ਹੀ ਖਾ ਸਕਦਾ। ਜੇ ਪਾਣੀ 'ਚ ਵੜ ਜੇ ਡੁੱਬ ਜਾਂਦਾ, ਲੱਤਾਂ ਤਾਹ ਹੋ ਜਾਂਦੀਆਂ, ਭਾਰ ਕਰਕੇ ਸਰੀਰ ਥੱਲੇ ਡੁੱਬ ਜਾਂਦਾ। ਕਹੋ ਸਤਿਨਾਮ। ਦੇ ਮਨਮੁਖ ਜਿਹੜੇ ਆਪਣੇ ਆਪ ਨੂੰ ਉਹਨਾਂ ਮਹਾਂਪੁਰਸ਼ਾਂ ਦਾ ਲਿਬਾਸ ਤਾਂ ਧਾਰਨ ਕਰ ਲਿਆ, ਲਿਬਾਸ ਤਾਂ ਚਿੱਟਾ ਪਹਿਨ ਲਿਆ, ਉਹ ਸਾਰੇ ਚੀਜ਼ਾਂ ਪਹਿਨ ਲੀਆਂ ਜੋ ਮਹਾਂਪੁਰਸ਼ਾਂ ਦੀਆਂ ਜਾਂ ਸੰਤਾਂ ਦੀਆਂ ਬਾਣੇ ਹਨ, ਚਿੰਨ੍ਹ ਹਨ, ਪਰ ਅੰਦਰੋਂ ਬਦਲੇ ਨਹੀਂ, ਤਾਂ ਉਹ ਬਗਲੇ ਦੀ ਨਿਆਈ ਆ। ਅਤੇ ਪਾਤਸ਼ਾਹ ਜੀ ਉਹਨਾਂ ਨੂੰ ਕਹਿੰਦੇ, ਹੰਸਾਂ ਵੇਖ ਤਰੰਦਿਆਂ ਬੱਗਾ ਆਇਆ ਚਾਓ, ਡੁੱਬ ਮੂਹੇ ਬਗ ਬੱਪੜੇ ਸਿਰ ਤਲ ਉੱਪਰ ਪਾਓ। ਉਹੀ ਲੋਕ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਜੋ ਕੱਲ੍ਹ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਵੱਡੇ ਸਾਧ ਕਹਾਉਂਦੇ ਸੀ ਅਤੇ ਅਣਗਿਣਤ ਦੁਨੀਆ ਉਹਨਾਂ ਦੇ ਮਗਰ ਲੱਗੀ ਹੋਈ ਸੀ, ਅਤੇ ਅੱਜ ਉਹ ਜੇਲ੍ਹਾਂ 'ਚ ਕਿਉਂ ਗਏ ਆ? ਕਿਉਂਕਿ ਉਹਨਾਂ ਨੇ ਸਾਧਨਾ, ਯੋਗ ਸਾਧਨਾ ਨੂੰ ਸਮਝਿਆ ਨਹੀਂ, ਕੇਵਲ ਰੀਸ ਕੀਤੀ ਹੰਸਾਂ ਦੀ, ਪਰ ਸੀਗੇ ਉਹ ਬਗਲੇ ਹੀ। ਕਹੋ ਸਤਿਨਾਮ। ਸਮਾਂ ਆ ਜਾਂਦਾ, ਪਤਾ ਲੱਗ ਜਾਂਦਾ। ਇਸ ਕਰਕੇ ਭਾਈ ਇਹ 8 ਜਿਹੜੇ ਪੁਆਇੰਟ ਹਨ ਬ੍ਰਹਮਚਰੀਆ ਦੇ, ਇਹਨਾਂ 'ਤੇ ਕੰਟਰੋਲ ਕਰਨਾ ਪੈਣਾ ਹੈ, ਨਹੀਂ ਤਾਂ ਪਰਮੇਸ਼ਰ ਨਾਲ ਨਹੀਂ ਜੁੜਿਆ ਜਾਣਾ ਜੀ। ਜਨਮ ਰੋਗ ਦੁਖ ਤਥਾ ਜਰਾ ਦੁਖ ਤਰੋ, ਬੋ ਚਿਤਵਨ ਸਿਮਰੰਤ ਚੀਨਾ। ਤਾਂ ਸਿਮਰਤੀ ਤੇ ਧ੍ਰਿਤੀ ਇਹ ਗ੍ਰੰਥ ਹਨ। ਜਨਮ ਰੋਗ ਬੁਢੇਪੇ ਦੇ ਦੁੱਖਾਂ ਨੂੰ ਯਾਦ ਰੱਖਣਾ ਇਹ ਸਿਮਰਤੀ ਹੈ। ਮਨ ਤਨ ਪ੍ਰਾਨ ਰਿਖੀ ਕਿਨ ਦੁਖ ਤੇ, ਨਿਸ਼ਚਲ ਰਹੇ ਸੋ ਧ੍ਰਿਤ ਪ੍ਰਬੀਨਾ। ਜਿਹੜਾ ਮਨ ਕਰਕੇ, ਪ੍ਰਾਣਾ ਕਰਕੇ, ਇੰਦਰੀਆਂ ਕਰਕੇ ਜੋ ਦੁੱਖ ਆਏ ਉਹਨਾਂ ਤੋਂ ਨਿਰਲੇਪ ਰਵੇ, ਇਹ ਕਹਿੰਦੇ ਧ੍ਰਿਤੀ ਹੈ। ਇਹ ਸਿਮਰਤੀ ਤੇ ਧ੍ਰਿਤੀ ਜੋ ਸਰੀਰ ਦੇ ਵਿੱਚ ਆਉਂਦੀ ਹੈ। ਇੱਕ ਮਨੁੱਖ ਨੂੰ ਆਪਣੀ ਮੌਤ ਯਾਦ ਰੱਖਣੀ ਚਾਹੀਦੀ ਹੈ। ਜਿਹੜਾ ਬੰਦਾ ਮੌਤ ਨੂੰ ਯਾਦ ਰੱਖਦਾ ਹੈ, ਪਰਿਵਾਰ ਦੀ ਇੱਜ਼ਤ ਨੂੰ ਯਾਦ ਰੱਖਦਾ ਹੈ, ਆਪਣੇ ਸਟੇਟਸ ਨੂੰ ਯਾਦ ਰੱਖਦਾ ਹੈ ਕਿ ਯਾਰ ਦੁਨੀਆ ਵਿੱਚ ਮੇਰਾ ਕੀ ਸਟੇਟਸ ਬਣਿਆ ਹੋਇਆ ਹੈ, ਅਤੇ ਜੇ ਮੈਂ ਇਹ ਗਲਤ ਕਰਮ ਕਰੂੰਗਾ ਤਾਂ ਮੇਰਾ ਬਣੂਗਾ ਕੀ, ਅਤੇ ਦੁਨੀਆ ਵਿੱਚ ਮੈਸੇਜ ਕੀ ਜਾਊਗਾ। ਕਹੋ ਸਤਿਨਾਮ। ਜਿਹੜਾ ਇਹ ਗੱਲਾਂ ਯਾਦ ਰੱਖਦਾ ਉਹ ਕਦੇ ਵੀ ਗਲਤ ਪਾਸੇ ਨਹੀਂ ਜਾਂਦਾ। ਇਸ ਕਰਕੇ ਜਿਹੜੇ ਗਏ ਉਹਨਾਂ ਦੀ ਇਹ ਹਾਲਤ ਤਾਈਓ ਹੋਈ ਕਿ ਉਹਨਾਂ ਨੇ ਸਮਝਿਆ ਨਹੀਂ ਕਿ ਬ੍ਰਹਮਚਰੀਆ ਹੈ ਕੀ। ਤਾਂ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ, ਸਾਖੀ ਯਾਦ ਆ ਗਈ ਛੋਟੀ ਜਿਹੀ। ਧੰਨ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹੈ ਦੀਵਾਨ ਦੇ ਵਿੱਚ, ਅਤੇ ਇੱਕ ਨੌਜਵਾਨ ਰੋਜ਼ ਆ ਕੇ ਬੈਠਦਾ ਹੈ, ਅਤੇ ਉਹ ਬੈਠ ਕਰਕੇ ਵਿਚਾਰਾਂ ਸੁਣਦਾ ਹੈ। ਅਤੇ ਹੁਣ ਸੰਗਤਾਂ ਵੀ ਇਸੇ ਤਰ੍ਹਾਂ ਆਉਂਦੀਆਂ, ਜਿਵੇਂ ਇੱਥੇ ਵੀ ਬੀਬੀਆਂ ਆਉਂਦੀਆਂ, ਉੱਥੇ ਵੀ ਬੇਅੰਤ ਸੰਗਤ ਆਉਂਦੀ ਸੀ। ਉਹਦੇ ਦਿਮਾਗ ਦੇ ਵਿੱਚ ਪੁੱਠੇ ਸਿੱਧੇ ਫੁਰਨੇ ਚੱਲਣ ਲੱਗ ਪਏ, ਯਾਰ ਇੰਨੀ ਸੰਗਤ ਆਉਂਦੀ ਆ, ਨੌਜਵਾਨ ਬੱਚੀਆਂ ਬੀਬੀਆਂ ਆਉਂਦੀਆਂ। ਹਰਗੋਬਿੰਦ ਸਾਹਿਬ ਜੀ ਦੇ ਨੂੰ ਵੀ ਜਹਾਂਗੀਰ ਦੀ ਵੱਡੀ ਬੇਗਮ ਨੇ ਇਹੀ ਗੱਲ ਕਹਿਤੀ ਸੀ ਹਰਗੋਬਿੰਦ ਸਾਹਿਬ ਨੂੰ, ਮੈਂ ਤੁਹਾਡੇ ਜੀ ਘਰ ਵਾਲੀਆਂ ਤਾਂ ਅੰਮ੍ਰਿਤਸਰ ਬੈਠੀਆਂ, ਅਤੇ ਤੁਸੀਂ ਕਈ ਸਾਲਾਂ ਤੋਂ ਇੱਧਰ ਵਿਚਰ ਰਹੇ ਹੋ ਦਿੱਲੀ ਵੱਲ, ਤੁਸੀਂ ਆਪਣਾ ਫਿਰ ਸਮਾਂ ਕਿਵੇਂ ਲੰਘਾਉਂਦੇ ਹੋ? ਅਤੇ ਪਾਤਸ਼ਾਹ ਕਹਿਣ ਲੱਗੇ, ਬੀਬੀ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਵੈਸੇ ਸਾਨੂੰ ਮੌਤ ਯਾਦ ਹੈ। ਜਿਹੜੇ ਬੰਦੇ ਨੂੰ ਮੌਤ ਯਾਦ ਹੈ ਨਾ, ਉਹਦਾ ਕਦੇ ਵੀ ਇਹ ਫੁਰਨਾ ਗਲਤ ਪਾਸੇ ਨਹੀਂ ਜਾਂਦਾ। ਕੋਈ ਸਤਿਨਾਮ। ਇਹ ਇਤਿਹਾਸ ਵਿੱਚੋਂ ਫਿਰ ਸੁਣਾਵਾਂਗੇ। ਇਹ ਗੱਲ ਜਦੋਂ ਬੱਚੇ ਨੇ ਵਾਰ-ਵਾਰ ਇਹ ਸੋਚਣੀ ਨਾ, ਅਤੇ ਗੁਰੂ ਸਾਹਿਬ ਨੇ ਉਹਦਾ ਚਿਹਰਾ ਪੜ੍ਹ ਲਿਆ ਅਤੇ ਸੱਦ ਲਿਆ। ਕਹਿੰਦੇ ਉਰੇ ਆ। ਹਾਂ ਮਹਾਰਾਜ, ਤੇਰਾ ਹੱਥ ਵਿਖਾਈ। ਹੱਥ ਫੜ ਕੇ ਪਾਤਸ਼ਾਹ ਕਹਿੰਦੇ, ਯਾਰ ਤੇਰੀ ਤਾਂ ਉਮਰ ਹੀ ਥੋੜ੍ਹੀ ਜਿਹੀ ਰਹਿ ਗਈ, 1 ਹਫ਼ਤਾ ਰਹਿ ਗਿਆ, ਬਾਕੀ ਤੇਰਾ ਹਫ਼ਤੇ ਵਿੱਚ ਜੋ ਕਰਨਾ ਹੈ, ਪਰਿਵਾਰ ਹੈਗਾ ਤੇਰਾ, ਘਰ ਵਾਲੀ ਹੈ, ਬਾਲ ਬੱਚੇ ਹੈ, ਉਹਨਾਂ ਨਾਲ ਹੱਸ ਖੇਡ ਲਾ, ਜੋ ਕਰਨਾ ਕਰ ਲੈ,
ਹਫਤੇ ਵਾਲੇ ਦਿਨ ਅੱਜ ਤੋਂ 8 ਦਿਨਾਂ ਨੂੰ ਤੂੰ ਮਰ ਜਾਣਾ। ਹੁਣ ਗੁਰੂ ਸਾਹਿਬ ਦੀ ਗੱਲ ਤੇ ਕੌਣ ਸ਼ੱਕ ਕਰੇ। ਉਹਨੇ ਸੋਚਿਆ ਵੀ ਯਾਰ ਗੁਰੂ ਸਾਹਿਬ ਨੇ ਬਚਨ ਕਰਤਾ ਤੇ ਮੌਤ ਤਾਂ ਵੱਟ ਤੇ 8 ਦਿਨਾਂ ਨੂੰ। ਘਰੇ ਗਿਆ, ਖੇਸ ਲੈ ਕੇ ਪੈ ਗਿਆ। ਘਰ ਵਾਲੀ ਕਹਿੰਦੀ ਲਓ ਜੀ ਪ੍ਰਸ਼ਾਦਾ ਛਕ ਲਓ। ਕਹਿੰਦਾ ਪਰੇ ਲੈ ਜਾ, ਨਹੀਂ ਖਾਣਾ ਪ੍ਰਸ਼ਾਦਾ। ਜਵਾਕ ਬਾਪੂ ਬਾਪੂ ਕਰਕੇ ਆਉਂਦੇ ਆ, ਡੈਡੀ ਡੈਡੀ, ਭਾਜੋ ਪਰੇ। ਸਭ ਨੂੰ ਖਾਣ ਨੂੰ ਪੈਂਦਾ ਕਿਉਂਕਿ ਹੁਣ ਤਾਂ ਚਿੰਤਾ ਅੰਦਰਲੀ ਮੌਤ ਦੀ ਲੱਗ ਗਈ। ਕਹੋ ਸਤ ਵੀ 8 ਦਿਨ ਰਹਿ ਗਏ ਤੇ ਤਾਂ ਆਏ ਲੈ। 8 ਦਿਨਾਂ ਦੇ ਵਿੱਚ ਨਾਲੇ ਤਾਂ ਲਿੱਸਾ ਹੋ ਗਿਆ, ਨਾਲੇ ਕਮਜ਼ੋਰ ਹੋ ਗਿਆ, ਨਾਲੇ ਖਾਧਾ ਕੁਛ ਨਹੀਂ। 8 ਦਿਨ ਟੱਪ ਗਏ, 8ਵਾਂ ਦਿਨ ਚੜ੍ਹ ਗਿਆ। ਸੋਚੀ ਜਾਂਦਾ ਹੁਣ ਵੀ ਆਈ, ਬਿੰਦ ਨੂੰ ਆਈ। ਪਾਤਸ਼ਾਹ ਨੇ ਵੀ ਯਾਦ ਰੱਖਿਆ, ਕਹਿੰਦੇ ਐਂ ਕਰ, ਉਹ ਨੌਜਵਾਨ ਦਾ ਘਰ ਜਾਣਦਾ। ਹਾਂਜੀ ਜਾਂ ਉਹਨੂੰ ਸੱਦ ਕੇ ਲਿਆ, ਤੈਨੂੰ ਗੁਰੂ ਸਾਹਿਬ ਨੇ ਬੁਲਾਇਆ। ਕੋ ਸਤਨਾਮ। ਉਹ ਇੱਕ ਸਿੱਖ ਨੂੰ ਭੇਜਿਆ ਤੇ ਜਾ ਕੇ ਕਹਿੰਦਾ ਵੀ ਤੈਨੂੰ ਮਹਾਰਾਜ ਨੇ ਬੁਲਾਇਆ। ਕਹਿੰਦੇ ਯਾਰ ਹੁਣ ਮਹਾਰਾਜ ਨੇ ਕੀ ਕਰਾਉਣਾ ਮੈਥੋਂ। ਕਹਿੰਦੇ ਪਤਾ ਨਹੀਂ, ਤੂੰ ਨਾਲ ਚੱਲ ਸਾਡੇ। ਉਹਨਾਂ ਨੇ ਸੱਦਿਆ, ਨਿੰਮੋ ਝੂਣਾ ਜਿਹਾ ਵਿਚਾਲਾ ਲਟਕਦਾ ਜਿਹਾ ਉਦਾਸ ਜਿਹਾ ਪਹੁੰਚ ਗਿਆ। ਹਾਂ ਮਹਾਰਾਜ। ਹੋਰ ਫਿਰ ਠੀਕ ਆ? ਠੀਕ ਆ ਮਹਾਰਾਜ। ਪਿਛਲੇ 8 ਦਿਨਾਂ 'ਚ ਕੀ ਕੀਤਾ? ਕਹਿੰਦੇ ਜੀ ਕੀ ਕਰਨਾ ਸੀਗਾ, ਬਾਲ ਬੱਚਿਆਂ ਨਾਲ ਹੱਸਿਆ ਖੇਡਿਆ, ਖੁਸ਼ੀਆਂ ਮਨਾਈਆਂ ਕੁਛ। ਕਹਿੰਦੇ ਜੀ ਕਿਹੜੀਆਂ ਖੁਸ਼ੀਆਂ, ਕਿਹੜਾ ਹੱਸਾ ਖੇਡਣਾ, ਮੌਤ ਤਾਂ ਸਿਰ ਤੇ ਦਿਸਦੀ ਸੀ। ਕਹੋ ਸਤਨਾਮ। ਹੁਣ ਆਈ ਕਿ ਕੱਲ ਨੂੰ ਆਈ, ਅੱਜ 8ਵਾਂ ਦਿਨ ਹੈ ਮਹਾਰਾਜ। ਤੇ ਹੁਣ ਪਤਾ ਨਹੀਂ ਕਦੋਂ ਆਉਣੀ ਹੈ, ਤੁਹਾਨੂੰ ਪਤਾ ਹੋਊਗਾ। ਕਹਿੰਦੇ ਮੌਤ ਤਾਂ ਤੈਨੂੰ ਨਹੀਂ ਆਉਣੀ, ਪਰ ਤੇਰੇ ਦਿਮਾਗ ਵਿੱਚ ਫੁਰਨਾ ਕੀ ਚੱਲਦਾ ਸੀ ਯਾਦ ਕਰ। ਕਹਿੰਦੇ ਹਾਂਜੀ। ਕਹਿੰਦੇ ਬਸ ਉਹ ਫੁਰਨਾ ਹੀ ਤੇਰਾ ਕੱਟਣਾ ਸੀਗਾ, ਗਲਤ ਸੀ ਫੁਰਨਾ ਤੇਰਾ। ਉਹ ਜਿਹਨੂੰ ਰੱਬ ਯਾਦ ਹੈ ਤੇ ਮੌਤ ਯਾਦ ਹੈ, ਉਹ ਕਦੇ ਵੀ ਇਹੋ ਜਿਹੇ ਗਲਤ ਪਾਸੇ ਨਹੀਂ ਸੋਚਿਆ ਕਰਦਾ। ਕਹੋ ਸਤਨਾਮ। ਨਹੀਂ ਮਰਦਾ, ਤੂੰ ਫਿਕਰ ਨਾ ਕਰ। ਤੂੰ ਇਸ ਕਰਕੇ ਗੁਰੂ ਸਾਹਿਬਾਂ ਨੇ ਬੜੀਆਂ ਜੁਗਤੀਆਂ ਢੰਗਾਂ ਦੇ ਨਾਲ ਸਾਡੇ ਹਿਰਦੇ ਦੀ ਗੱਲ ਨੂੰ ਫੜ ਕੇ ਤੇ ਫਿਰ ਉਸ ਦਾ ਵੀ ਸੰਕਲਪਾਂ ਦਾ ਵੀ ਜਿਹੜਾ ਖਾਤਮਾ ਕਰਨਾ। ਜਿਵੇਂ ਇੱਥੇ ਆਇਆ ਸ਼ਬਦ ਸੰਕਲਪ ਸੋਕੀਨ, ਇਹ ਅੰਦਰ ਹੀ ਸੰਕਲਪ ਕਰੀ ਜਾਣਾ, ਸੋਚੀ ਜਾਣਾ। ਤੋ ਮੇਰੇ ਬਾਬਾ ਜੀ ਕਹਿੰਦੇ ਹਨ, ਮਨ ਤਨ ਪ੍ਰਾਣ ਰਖੀਕਣ ਦੁੱਖ ਤੇ ਨਿਸ਼ਚਲ ਰਹੇ ਸੋ ਧ੍ਰਿਤ ਪ੍ਰਵੀਨ। ਨਿਸ਼ਚਲ ਰਹਿਣਾ, ਸਰੀਰ ਤੇ ਕਿਸੇ ਤਰ੍ਹਾਂ ਦਾ ਵੀ ਦੁੱਖ ਆਇਆ, ਪਰਮੇਸ਼ਰ ਦਾ ਭਾਣਾ ਮੰਨ ਕੇ ਹਮੇਸ਼ਾ ਰੱਬ ਨਾਲ ਜੁੜੇ ਰਹਿਣਾ। ਯਮ 10 ਪੰਚ ਕਹੇ ਇੱਕ ਅੰਗ ਹੈ, ਦੂਸਰਾ ਅੰਗ ਨੇਮ 8 7। ਆਓ ਅੱਗੇ ਚੱਲਦੇ ਆ। ਇਹ ਸੀ ਜਮ ਦੇ 15 ਪੁਆਇੰਟ। ਅੱਗੇ ਆ ਗਿਆ ਨੇਮ। ਹੁਣ ਨੇਮ ਦੇ ਵੀ 8 ਤੇ 7 15 ਪੁਆਇੰਟ ਇਹ ਹਨ। ਸਮੇਂ ਉਚਿਤ ਇਸ਼ਨਾਨ ਕਰੇ ਜਲ, ਜੋਗ ਸਾਧਿਆ ਇਹ ਸੋਚ ਸੁਗਾਤ। ਜੇ ਦਿਮਾਗ ਦੇ ਵਿੱਚ ਖਿੱਚ ਹੈ ਪਰਮੇਸ਼ਰ ਨੂੰ ਮਿਲਣ ਦੀ, ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ। ਇਹ ਸਾਡੇ ਨਿਤਨੇਮ ਦੇ ਵਿੱਚ ਵੀ ਆਉਂਦਾ ਹੈ। ਕਹੋ ਸਤਨਾਮ। ਸਿੱਖ ਨੂੰ ਨੇਮ ਬਣਾਉਣਾ ਚਾਹੀਦਾ, ਜਿਹੜਾ ਰੱਬ ਨੂੰ ਮਿਲਣ ਦੀ ਭਾਵਨਾ ਰੱਖਦਾ, ਇੱਛਾ ਰੱਖਦਾ ਹੈ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਉਚਿਤ ਸਮੇਂ ਇਸ਼ਨਾਨ ਕਰੇ ਜਲ ਦੇ ਨਾਲ। ਯੋਗ ਸਾਧਨ ਭਾਵ ਪਰਮੇਸ਼ਰ ਨਾਲ ਜੁੜਨ ਵਾਸਤੇ ਇਹ ਸੌਚ ਸੌਗਾਤ ਕਹਿਣ ਲੱਗੇ, ਇਹ ਪਵਿੱਤਰਤਾ ਜ਼ਰੂਰੀ ਹੈ ਸਰੀਰ ਦੀ। ਅੰਤੇ ਕਰਨ ਸੋਚੇ ਮਜਾਨੋ, ਭਾਵ ਸ਼ੁੱਧ ਯਮ ਤੇ ਹੋਏ ਜਾਤ। ਔਰ ਨੇਮ ਦੀ ਅੰਦਰਲੀ ਸਫਾਈ, ਇਹ ਨੇਮ ਦੇ 3 ਪੁਆਇੰਟ ਪਾਤਸ਼ਾਹ ਨੇ ਬਾਣੀ ਵਿੱਚ ਰੱਖ ਦਿੱਤੇ ਹਨ। ਭਰੀਐ ਹੱਥ ਪੈਰ ਧਨ ਦੇ, ਪਾਣੀ ਧੋਤਾ ਉਤਰ ਸਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਵੈ ਕੈ ਰੰਗ। ਇਸ ਕਰਕੇ ਗੁਰੂ ਪਿਆਰਿਓ, ਅੰਤਹਿ ਕਰਨ ਸੋਚ ਇਮ ਜਾਨੋ, ਅੰਤਸ਼ਕਰਨ ਦੀ ਸੋਚ ਅੰਦਰਲੀ ਸ਼ੁੱਧੀ। ਅੰਤਸ਼ਕਰਨ ਕੀ ਹੈ? ਮਨ, ਬੁੱਧ, ਚਿੱਤ, ਅਹੰਕਾਰ। ਅਹੰਕਾਰ ਦਾ ਮਤਲਬ ਹੈ ਮੈਂ, ਔਰ ਚਿੱਤ ਹਿਰਦਾ, ਮਨ ਜੋ ਇਹਨਾਂ ਵਿੱਚ ਵਿਚਰ ਰਿਹਾ, ਬੁੱਧੀ ਸੁਰਤ। ਹੁਣ ਇਹਨਾਂ ਦੀ ਸਫਾਈ ਵੀ ਕਰਨੀ ਹੈ। ਪਹਿਲਾਂ ਬਾਹਰਲੀ ਸਫਾਈ, ਇਸ਼ਨਾਨ ਕਰੋ ਅੰਮ੍ਰਿਤ ਉੱਠ ਕੇ, ਫਿਰ ਅੰਤਸ਼ਕਰਨ ਸਾਫ਼ ਕਰੋ। ਜਾਣੋ ਭਾਵ ਸ਼ੁੱਧ ਜਮਤੇ ਹੋਏ ਜਾਤ। ਇਸ ਤਰ੍ਹਾਂ ਇਹ ਸਰੀਰ ਦੀ ਸ਼ੁੱਧੀ, ਅੰਤਸ਼ਕਰਨ ਦੀ ਸ਼ੁੱਧੀ करनी चाहिए जी। जोग साधवे में प्रपूजन कृतु, नाम नेम शुभ ख्यात। और तीसरा नेम है जो नाम करके प्रसिद्ध है, परमेश्वर दे नाल जुड़न लई ओदे नाम नू जपना करो, याद रखो जी। सत्य अर्थ ले कहे सत्य सो, प्रणव जाप को जप कहतम।
चौथा पॉइंट है सच बोलना। सच बोलो, सच ते पहरा दिओ। और अज तक जिन्नियां गुरमत विच गुरसिੱਖੀ भी शहीदियां होईयां, उन्हां दे शहीद होने का कारण ही सच ते पहरा देना है। कहो सतनाम। गुरु तेग बहादुर जी की शहीदी का कारण सच ते पहरा देना है। औरंगजेब नूं समझाउंदे आ बई तू गलत कर रहा है, औरंगजेब नहीं मनदा, पर तेग बहादुर जी ने सच ते पहरा नहीं छड्डिया। कहो सतनाम। गुरु अर्जन देव जी ने तत्ती तवी ते बैठना प्रवान कर लिया, पर सच ते पहरा नहीं छड्डिया। कहो सतनाम। इस तरह ही जिन्ना जिन्ना भाई तारू सिंह वर्गियां दियां, भाई मनी सिंह वर्गियां दियां शहीदियां होईयां, उन्हां दा कारण सच ते चलना सीगा, ते झूठियां नूं सच भैड़ा लगदा। अखीर कूड़ नखुट्टे नानका ओढ़क सच रही। ओढ़क सच हमेशा कायम रहिंदा है ते झूठ खत्म हो जाता है। तां ते परमेश्वर नूं जुड़न वास्ते एक जिंदगी विच सच लियाउणा पैना। वैसे कई बारी आपां सच बोलों डर जाने आ, घरों बार बार फोन आउंदा कित्थे आ तूं, आ जा घरे, बस मैं पहुँच गया, पर फिरदे हजे किले च ही हुन्ने आ। कोई सच निक्कियां निक्कियां गल्लां ते आपां झूठ बोलदे आ कि एवें लड़ाई हो जी यार, कह दे मैं आ गया बाहर च ही हाँ बस, पर फिर भी अद्धा घंटा लग जाता घरे पहुँचण ते। ये निक्कियां निक्कियां गल्लां चों पहलां सानूं झूठ कड्ढना पैना, इत्थों शुरू करना पैना। किते भी फिरदे हो सच बोलो, जो भी करदे हो सच बोलो। जे तुहानूं सच बोलण दी आदत पै गई, तुसीं गलत पासे आटोमैटिक नहीं जाओगे। कोई सतनाम। इस करके सत अर्थ लै, सच बोलो। सत्य सो प्रणव जाप को, मुख दे नाल सच बोलो, अंदर सच रखो। सच की बड़ी लोड़ है। ते पंजवां पॉइंट है जप। जिवें मूल मंत्र का जाप करना, वाहिगुरू मंत्र का जाप करना, ये भी परमेश्वर के नाल जुड़न का ढंग है। पुराने समयां दे विच लोग राम राम हरे राम हरे कृष्णा, जो भी उस वेले उन्हां नूं अवतारां ने दिते मंत्र वो जपदे सन। सतगुरां ने सानूं मंत्र दिता वाहिगुरू मंत्र का। जदों असीं वाहिगुरू मंत्र का जाप करांगे तो साडी सुरत उहदे नाल जुड़ी रहेगी। हुण आपां उच्ची करांगे, पर हौली 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 अगे जाके की होवेगा, तुहानूं बोलण दी लोड़ नहीं पैनी, तुसीं भुल्लोगे नहीं, तुहाडी सुरत दी चैन ते वाहिगुरू चढ़ जावेगा। कहो सतनाम। किसी चैन दे नाल धागा लिपट जे ते ओह नाल आपे घुमी जांदा, सुरत नाल शब्द जुड़ जावे ते सुरत विच आपे चली जांदा। इस करके सानूं आदत पाउण दी लोड़ है। ताइयों कदे कदे आपां इत्थे भी जपदे हां वाह गुरु वाह गुरु वाह गुरु, जपो वाह गुरु 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 वाह गुरु। तो इस तरह ये है जाप। सिख नूं जाप करना चाहिए। संगत विच बैठे हो तो उच्ची जप लो, कल्ले बैठे हो तो हौली जप लो। इस जाप की आदत पाउणी चाहिए है। ये भी साडा नेम होना चाहिए जी। जठरागन में जुगत आहारंग, होमे भले होम लिखे अंत। हुण हिंदू मत विच होम कीता जांदा है। हिंदू मत विच होम जिहड़ा कीता जांदा है, वो बाहर अग पा के, अग दे विच घिओ खोपा आदि समग्री पा पा के मचाई जाती है। वो इदां दा होम करते हैं। पर सानू गुरमत ने किहड़ा होम दस्सिया है? जठर अग्नि विच होम पाउणा। जठर अग्नि विच होम किवें पाउणे हो? जिहड़ा संगत नूं लंगर छकाउने हो, ये साडा होम है। कहो सतनाम। उन्हां दे अंदर भुख दी अग मचदी है। भुखे नूं प्रशादा छकाउणा, बाबा जी कहंदे ये असली होम है, ये ब्रह्म होम है। जदों आत्मा कोले प्रशादा पहुँचदा है ते साडे पेट दी अग विच ओह गलदा है ते साडी शरीर दे गूठे तो लैके जूड़े तक रोम रोम नूं ताकत मिलदी है। जठर अग्नि पेट दी अग नूं कहंदे आ। जठर अग्नि एक उन्हां दी अग है चुल्हे वाली। कई तरह की अग है। एक दरिया नूं अग लगदी है, पानियां नूं अग लगदी है, एक जंगलां नूं अग लगदी है, एक साडे चुल्हे विच अग है, एक भुख दी अग है, एक माँ दे अंदर पुत्र दी अग है।
ਬੇਅੰਤ ਅੱਗ ਹੈ। ਜਠ ਰਗਣੀ ਦਾ ਅੱਗ ਹੈ ਮਤਲਬ ਹੈ ਪੇਟ ਦੀ ਅੱਗ। ਭਾਵ ਇਸ ਜੁਗਤੀ ਦਾ ਭੋਜਨ ਖਾਵੇ। ਕਿੰਨਾ ਕੁ ਹੋਮ ਕਰੇ? ਜਿੰਨਾ ਕੁ ਲੋੜ ਹੈ। ਭੋਜਨ ਕਿੰਨਾ ਕਰੇ? ਪਿੱਛੇ ਪੜ੍ਹਿਆ ਸੀਗਾ ਪ੍ਰਤੀ ਆਹਾਰੰ, ਭੋਜ ਇਹੋ ਜਿਹਾ ਹੋਵੇ ਤਾਂ ਕਹਿਣ ਲੱਗੇ ਜਿੰਨਾ ਲੋੜ ਹੈ ਲੋੜ ਮੁਤਾਬਕ ਅਲਪ ਆਹਾਰ, ਭੁੱਖੇ ਨਹੀਂ ਰਹਿਣਾ। 10ਵੇਂ ਪ੍ਰੀਤਮ ਕਹਿੰਦੇ ਭੁੱਖੇ ਨਹੀਂ ਰਹਿਣਾ, ਲੋੜ ਮੁਤਾਬਕ ਭੋਜਨ ਛਕਣਾ ਹੈ। ਅਲਪ ਆਹਾਰ, ਸੁਲਪ ਸੀ ਨਿੰਦਰਾ, ਲੋੜ ਮੁਤਾਬਕ ਨੀਂਦ ਵੀ ਲੈਣੀ ਹੈ। ਲਗਾਤਾਰ ਜਗਰਾਤੇ ਕਰਨ ਦੀ ਲੋੜ ਨਹੀਂ ਹੈ, ਲੋੜ ਮੁਤਾਬਕ ਸੌਣਾ ਵੀ ਹੈ। ਤੇ ਐਵੇਂ ਉਸਲ ਵੱਟੇ ਵੀ ਨਹੀਂ ਲਈ ਜਾਣਾ। ਜਦੋਂ ਨੀਂਦ ਖੁੱਲ੍ਹ ਗਈ ਤੇ ਉੱਠ ਕੇ ਇਸ਼ਨਾਨ ਆਦਿ ਕਰਕੇ ਭਜਨ ਕਰ ਲਓ। ਕੋਈ ਸਤਨਾਮ। ਇਸ ਕਰਕੇ ਅਲਪ ਆਹਾਰ, ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਥੋੜਾ ਖਾਣਾ, ਥੋੜਾ ਸੌਣਾ, ਜੀਵਨ 'ਚ ਦਇਆ ਰੱਖਣੀ, ਨਿਮਰਤਾ ਰੱਖਣੀ, ਤਨ ਪ੍ਰੀਤ ਆਪਣੇ ਨਿਜ ਸਰੂਪ ਨਾਲ ਜੁੜਨਾ, ਸੀਲ ਸੰਤੋਖ, ਸਬਰ ਸੰਤੋਖ ਰੱਖਣਾ, ਸਦਾ ਨਿਰਵਾਹਿਬੋ। ਜ਼ਿੰਦਗੀ ਵਿੱਚ ਇਹ ਪੁਆਇੰਟ ਪੱਕੇ ਧਾਰਨ ਕਰ ਲਓ। ਹਵੈਬੋ ਤ੍ਰੈ ਗੁਣ ਅਤੀਤ, ਰਜੋ ਤਮੋ ਸਤੋ, ਤਿੰਨਾਂ ਗੁਣਾਂ ਤੋਂ ਉੱਚੀ ਉੱਠ ਜਾਓ। ਹਵੈਬੋ ਤ੍ਰੈ ਗੁਣ ਅਤੀਤ, ਕਾਮ ਕ੍ਰੋਧ ਅਹੰਕਾਰ ਲੋਭ ਹਠ। ਕਾਮ ਵਾਸ਼ਨਾ, ਕ੍ਰੋਧ, ਹੰਕਾਰ, ਲੋਭ ਲਾਲਚ, ਹਠ, ਜਿੱਦ। ਰੱਬ ਨੂੰ ਜਿੱਦ ਨਾਲ ਨਹੀਂ ਪਾਇਆ ਜਾਣਾ। ਮਨ ਹਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਬਾਣੀ ਦਾ ਬਚਨਾ। ਕੋਈ ਸਤਨਾਮ। ਧੱਕੇ ਨਾਲ ਨਹੀਂ ਪਾਇਆ ਜਾਣਾ, ਪ੍ਰੇਮ ਨਾਲ ਪਾਇਆ ਜਾਣਾ। ਔਰ ਪ੍ਰੇਮ ਨਾਲ 1 ਸਕਿੰਟ ਲੱਗਣਾ ਹੈ। ਮਨ ਹੱਠ ਨਾਲ ਕੋਈ ਭਾਵੇਂ ਸੰਗਲ ਪਾ ਕੇ ਆਪਣੇ ਸਰੀਰ ਨੂੰ ਜ਼ਿੰਦਗੀ ਭਰ ਖੂਹ 'ਚ ਲਮਕੀ ਜਾਵੇ ਤਾਂ ਵੀ ਨਹੀਂ ਮਿਲਦਾ। ਕੋਈ ਸਤਨਾਮ। ਛੋਟੀ ਜਿਹੀ ਗੱਲ ਯਾਦ ਆ ਗਈ ਮੇਰੇ। ਇੱਕ ਸਾਧ ਖੂਹ ਦੇ ਵਿੱਚ ਲਮਕ ਰਿਹਾ, ਉਹਦੇ ਉੱਤੋਂ ਦੀ ਬੋਹੜ ਟੱਪਦਾ ਸੀ। ਬੋਹੜ ਦੇ ਡਾਹਣੇ ਨੂੰ ਮੋਟਾ ਸੰਗਲ ਪਾਇਆ ਤੇ ਸੰਗਲ ਆਪਣੇ ਕੱਛਾਂ ਦੇ ਵਿੱਚ ਦੀ ਪਾ ਕੇ ਪੇਟ ਨਾਲ ਲਪੇਟ ਕੇ ਲਮਕੀ ਜਾਂਦਾ। ਕਿਤੇ ਬੱਕਰੀਆਂ ਵਾਲਾ ਆ ਗਿਆ ਚਾਰਦਾ ਉੱਥੇ। ਕਹਿੰਦੇ ਬਾਬਾ ਜੀ ਇਹ ਕੀ? ਕਹਿੰਦਾ ਜਾ। ਕਿਉਂ? ਤੂੰ ਇਹ ਲਮਕਿਆ ਕਿਉਂ ਹੈ? ਕਹਿੰਦਾ ਮੈਂ ਰੱਬ ਨੂੰ ਪਾਉਣ ਵਾਸਤੇ ਲਮਕਿਆ। ਕਹਿੰਦੀ ਐਂ ਮਿਲ ਜੂਗਾ? ਕਹਿੰਦੇ ਲੈ ਮਿਲੇ ਕਿਵੇਂ ਨਾ। ਬੱਕਰੀਆਂ ਵਾਲੇ ਦਿਮਾਗ 'ਚ ਪਤਾ ਨਹੀਂ ਕਿਆ ਆਇਆ, ਉਹਨੇ ਜਾ ਕੇ ਖੱਬਲ ਪੱਟ ਲਿਆ। ਖੱਬਲ ਦੀ ਵੇੜ ਵੱਟ ਲਈ, ਸੰਗਲ ਤਾਂ ਮਿਲਿਆ ਨਹੀਂ ਉਹਨੂੰ ਛੇਤੀ। ਖੱਬਲ ਦੀ ਵੇੜ ਹੀ ਵੱਟ ਲਈ ਤੇ ਉਸੇ ਡਾਹਣੇ ਤੇ ਪਾ ਕੇ ਤੇ ਬੰਨ੍ਹ ਕੇ ਬਾਹਾਂ ਤੇ ਉਹ ਵੀ ਲਮਕ ਗਿਆ। ਕੋਈ ਸਤਨਾਮ। ਖੱਬਲ ਦੇ ਨਾਲ ਲਮਕਿਆ ਹੋਇਆ ਹੁਣ ਖੱਬਲ ਵਿਚਾਰਾ 2 ਦਿਨ ਹੀ ਕੱਟਦਾ, ਗਿੱਲਾ ਗਿੱਲਾ ਤਾਂ ਖੜਾ ਰਹਿੰਦਾ। ਜਿਵੇਂ ਜਿਵੇਂ ਉਹ ਸੁੱਕਣ ਲੱਗਿਆ, ਉਹ ਤਿੜਕਣ ਲੱਗਿਆ, ਟੁੱਟਣ ਲੱਗੀ ਵੇੜ। ਜਾਂ ਟੁੱਟਣ ਲੱਗੀ ਤੇ ਤੀਜੇ ਦਿਨ ਰੱਬ ਨੂੰ ਉੱਥੇ ਆਉਣਾ ਪਿਆ। ਕੋਈ ਸਤਨਾਮ। ਡਿੱਗਣ ਲੱਗਿਆ ਤੇ ਫੜ ਕੇ ਬਾਹੋਂ ਬਾਹਰ ਕੱਢ ਲਿਆ। ਕਹਿੰਦਾ ਬਾਹਰ ਆ ਜਾ ਓਏ, ਤੂੰ ਐਵੇਂ ਮਰਨ ਨੂੰ ਫਿਰਦਾ। ਕਹਿੰਦੇ ਮਹਾਰਾਜ ਤੁਸੀਂ ਆ ਗਏ, ਕਮਾਲ ਹੋ ਗਈ। ਸਾਧ ਕਹਿੰਦਾ ਮੈਨੂੰ ਤਾਂ ਕਈ ਸਾਲ ਹੋ ਗਏ ਲਮਕੇ ਹੋਏ ਨੂੰ, ਤੂੰ ਇਹਦੇ ਕੋਲ ਤੀਜੇ ਦਿਨ ਹੀ ਆ ਗਿਆ। ਕੋਈ ਸਤਨਾਮ। ਕਹਿੰਦਾ ਤੂੰ ਤਾਂ ਪੱਕਾ ਇੰਤਜ਼ਾਮ ਕੀਤਾ ਮੌਤ ਤੋਂ, ਵੀ ਕਿਤੇ ਡਿੱਗ ਕੇ ਮਰ ਵੀ ਨਾ ਜਾਵਾਂ। ਤੇ ਮਰੇ ਬਿਨਾ ਰੱਬ ਨਹੀਂ ਮਿਲਦਾ। ਔਰ ਇਸ ਨੇ ਕੋਈ ਮੌਤ ਦਾ ਖਤਰਾ ਨਹੀਂ ਸਮਝਿਆ। ਦੇਖ, ਪਿਆਰ ਦੇ ਨਾਲ ਮੈਨੂੰ ਮਿਲਣ ਵਾਸਤੇ ਖੱਬਲੀ ਵੱਟ ਲਿਆ, ਵੇੜ ਵੱਟ ਲਈ। ਤੇ ਜੇ ਵੇੜ ਟੁੱਟ ਜਾਂਦੀ ਹੈ ਮਰ ਜਾਂਦਾ, ਹਜੇ ਇਹਦਾ ਟਾਈਮ ਹੈ ਨਹੀਂ ਮਰਨ ਦਾ ਤੇ ਮੈਨੂੰ ਆਉਣਾ ਪਿਆ। ਕੋਈ ਸਤਨਾਮ। ਤੂੰ ਲਮਕੀ ਜਾ, ਹਜੇ ਹੋਰ ਲਮਕ ਲਾ, 5-7 ਸਾਲ ਫਿਰ ਦੇਖਾਂਗੇ। ਕੋਈ ਸਤਨਾਮ। ਇਸ ਕਰਕੇ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਲਪ ਆਹਾਰ, ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ। ਹਵੈਬੋ ਤ੍ਰੈ ਗੁਣ ਅਤੀਤ, ਕਾਮ ਕ੍ਰੋਧ ਅਹੰਕਾਰ ਲੋਭ ਹਠ। ਮੋਹ ਨਾ ਮਨ ਸਿਓ ਲਿਆਵੈ, ਇਹਨਾਂ ਚੀਜ਼ਾਂ ਨੂੰ ਮਨ ਤੋਂ ਬਾਹਰ ਰੱਖੋ। ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕੈ ਪਾਵੈ। ਫਿਰ ਆਪਣੀ ਆਤਮਾ ਦੇ ਦਰਸ਼ਨ ਵੀ ਹੋ ਜਾਣਗੇ, ਪਰਮਾਤਮਾ ਦੇ ਵੀ ਹੋ ਜਾਣਗੇ। ਪ੍ਰੀਤਮ ਜੀ ਕਹਿੰਦੇ ਇਸ ਕਰਕੇ ਸਿੱਖੋ, ਜਠ ਰਗਣੀ ਮੈਂ ਜੁਗਤ ਆਹਾਰੰ, ਭਲੇ ਹੋਮੈ ਭਲੇ ਹੋਮ ਲਖਿਅੰਤ। ਇਹ ਸਾਡਾ ਹੋਮ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ। ਸਮਝੋ ਤੁਹਾਡਾ ਭੋਜਨ ਪਰਮੇਸ਼ਰ ਵੱਲ ਪਹੁੰਚ ਗਿਆ ਜਦ ਭੁੱਖੇ ਨੂੰ ਪ੍ਰਸ਼ਾਦਾ ਛਕਾਤਾ, ਕਿਉਂਕਿ ਆਤਮਾ ਤਾਂ ਬੰਦੇ ਦੇ ਵਿੱਚ ਹੀ ਬੈਠੀ ਆ। ਕੋਈ ਸਤਨਾਮ। ਫਿਰ ਬਾਹਰ ਅੱਗ ਵਿੱਚ ਖਾਣ ਵਾਲੀਆਂ ਚੀਜ਼ਾਂ ਮਚਾਉਣ ਦਾ ਕੀ ਮਤਲਬ ਆ? ਮੇਰੇ ਪ੍ਰੀਤਮ ਜੀ ਕਹਿੰਦੇ ਤਰਪਨ ਜਲ ਪੀਵੇ ਸੁਰ ਸਰਕੇ, ਇੰਦਰੀ ਨਿਗਰੇ ਤਪ ਸੋ ਤਪੰਤ। ਸਤਮ ਹੈ ਤਰਪਣ, ਜਿਹੜਾ ਜਲ ਹੈ ਉਹਨੂੰ ਪੀਣ ਵਾਰੇ ਕਹਿੰਦੇ ਤਰਪਣ। ਤਰਪਣ ਹੈ ਜਦੋਂ ਹਿੰਦੂ ਲੋਕ ਮੰਦਿਰ ਵਿੱਚ ਜਾਂਦੇ ਆ ਨਾ, ਉੱਥੇ ਗੜਬੇ ਵਿੱਚ ਪਾਣੀ ਰੱਖਿਆ ਹੁੰਦਾ ਤੇ ਚਮਚੇ ਨਾਲ ਉਹ ਪਾਣੀ ਉਹਨਾਂ ਦੀ ਚੂੜੀ 'ਚ ਪਾਉਂਦੇ ਆ, ਬਸ ਉਹ ਹੈ ਤਰਪਣ।
ਕਹਿੰਦੇ ਉਹ ਜਲ ਲੈ ਕੇ, ਗੰਗਾ ਦਾ ਜਲ ਲੈ ਕੇ ਪੀਂਦੇ ਹਨ, ਉਹਨੂੰ ਪ੍ਰਸ਼ਾਦ ਕਹਿੰਦੇ ਆ। ਸਾਡੇ ਵੀ ਕੜਾ ਪ੍ਰਸ਼ਾਦ, ਤੇ ਉਹਨਾਂ ਦੇ ਗੰਗਾ ਦਾ ਜਲ ਰੱਖਿਆ ਹੁੰਦਾ ਗੜਵੇ ਦੇ ਵਿੱਚ ਪਾ ਕੇ, ਤੇ ਉਹ ਹੀ ਚਮਚੇ ਨਾਲ ਵਰਤਾਈ ਜਾਂਦੇ ਆ। ਕਹਿਣ ਲੱਗੇ ਤਰਪਣ ਹੈ ਜਲ ਪੀਣਾ, ਪਰ ਇੱਥੇ ਕਹਿੰਦੇ ਨਾਮ ਜਪ ਕੇ ਆਪਣੇ ਅੰਦਰੋਂ ਉਹ ਜਲ ਨੂੰ ਕੱਢੇ। ਸੁਰ ਸਰੀਕੇ ਮਾਮੁਖੀ ਕੋ ਉਪਦੇਸ਼ ਨਿਦਾਨ ਸੋ ਤਿਖਿਆ ਰਾਗ ਰੋਧ ਵੈਕ ਸਹੰਤ। ਬਚਨ ਪਿੱਛੇ ਰਹਿ ਗਿਆ ਇੱਕ, ਇੰਦਰੀ ਨਿਗਰਹ ਤਪ ਸੋ ਤਪੰਤ। ਇੰਦਰੀਆਂ ਨੂੰ ਰੋਕਣ ਵਾਸਤੇ ਵੀ ਤਪ ਕਰਨਾ ਪੈਣਾ। ਹੁਣ ਇੰਦਰੀਆਂ, ਇਹ ਇੰਦਰੀਆਂ ਸਾਡੀਆਂ ਕੰਨ ਹੋ ਗਏ, ਅੱਖਾਂ ਹੋ ਗਈਆਂ, ਜੀਭ ਹੋ ਗਈ। ਤੇ ਸਾਡੀ ਜੀਭ ਜੋ ਟੱਪਦੇ ਆ ਬਾਜ਼ਾਰ ਚੋਂ, ਗੋਲ ਗੱਪੇ ਮੰਗਦੀ ਆ, ਕੋਈ ਸਤਨਾਮ ਸੀ, ਮੂੰਹ 'ਚ ਪਾਣੀ ਆ ਜਾਂਦਾ ਨਹੀਂ ਟੱਪਦਿਆਂ ਹੋਇਆਂ ਜਿਹੜੇ ਖਾਂਦੇ ਆ, ਤੇ ਫਿਰ ਉੱਥੇ ਖੜ ਜਾਂਦੇ ਆ ਰੇਹੜੀ ਦੇ ਉੱਤੇ ਆਪਾਂ ਖਾਣ ਵਾਸਤੇ। ਹੁਣ ਇਹਨਾਂ ਇੰਦਰੀਆਂ ਨੂੰ ਕੰਟਰੋਲ ਕਰਨ ਵਾਸਤੇ ਵੀ ਤਪੱਸਿਆ ਕਰਨੀ ਪੈਣੀ ਹੈ ਵੀ ਨਹੀਂ ਯਾਰ ਚੱਲਦੇ ਆ ਆਪਾਂ, ਚੰਗੀ ਗੱਲ ਨਹੀਂ ਹੈਗੀ। ਮੈਂ ਇੱਕੋ ਗੱਲ ਨਹੀਂ ਕਰਦਾ, ਮੈਂ ਵੈਸੇ ਦੱਸੀ ਹੈ ਮੋਟੀ ਜੀ ਗੱਲ, ਬਈ ਇਹਨਾਂ ਇੰਦਰੀਆਂ ਨੂੰ ਕਿਵੇਂ ਰੋਕਿਆ ਜਾਵੇ। ਕੰਨ ਕਹਿੰਦੇ ਆ ਮੈਨੂੰ ਕੋਈ ਗੀਤ ਸੁਣਾ ਕੇ ਲਿਆ, ਕੋਈ ਫਿਲਮ ਦਿਖਾ ਕੇ ਲਿਆ। ਅੱਖਾਂ ਕਹਿੰਦੀਆਂ ਅੱਖੀਂ ਵੇਖ ਨਾ ਰੱਜੀਆਂ, ਵੋ ਰੰਗ ਤਮਾਸ਼ੇ ਕੰਨ ਨਾ ਰੱਜੇ, ਰਾਗ ਸੁਣ ਰੋਬਨ ਤੇ ਹਾਸੇ, ਸਵਾਦੀ ਜੀਭ ਨਾ ਰੱਜੀਆ, ਕਰ ਭੋਗ ਵਿਲਾਸੇ। ਨੱਕ ਨਾ ਰੱਜਿਆ ਵਾਸ ਲੈ, ਗੰਧ ਸੁਗੰਧ ਸੁਵਾਸੇ। ਇਸ ਕਰਕੇ ਇਹ ਦੁਨੀਆ ਦੇ ਪ੍ਰਵਾਸੇ ਸਭ ਝੂਠੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਬਚਨਾਂ ਵਿੱਚ ਲਿਖਦੇ ਹਨ ਇਹ ਗੱਲਾਂ। ਇਸ ਕਰਕੇ ਇੰਦਰੀਆਂ ਨੂੰ ਕੰਟਰੋਲ ਕਰਨਾ ਵੀ ਤਪੱਸਿਆ ਹੈ। ਇੱਥੇ ਕਥਾ ਵਿੱਚ ਘੰਟਾ ਬੈਠਣਾ ਵੀ ਇਹ ਤੁਹਾਡੀ ਤਪੱਸਿਆ ਹੋ ਰਹੀ ਆ। ਕੋਈ ਸਤਨਾਮ, ਇੱਥੇ ਬਹਿਣਾ ਵੀ ਇੱਕ ਤਪੱਸਿਆ ਹੈ, ਕੋਈ ਛੋਟੀ ਜੀ ਗੱਲ ਨਹੀਂ ਹੈ। ਇਹ ਤਾਂ ਦੂਸਰੀ ਗੱਲ ਹੈ ਕਿ ਤੁਹਾਡਾ ਇੰਟਰਸਟ ਬਣ ਗਿਆ। ਹੁਣ ਸੁਣਦੇ ਸੁਣਦੇ ਤੁਹਾਡੇ ਮਨ ਨੂੰ ਰਸ ਆਉਣ ਲੱਗ ਪਿਆ। ਕੋਈ ਸਤਨਾਮ। ਪਰ ਸ਼ੁਰੂ 'ਚ ਆਪਾਂ ਵੇਖਦੇ ਹਾਂ ਕਈ ਆਉਂਦੇ ਆ ਮੁੜ ਜਾਂਦੇ, ਆਉਂਦੇ ਆ ਮੁੜ ਜਾਂਦੇ ਆ, ਹਜੀ ਉਹਨਾਂ ਨੂੰ ਰਸ ਨਹੀਂ ਆਇਆ, ਸਵਾਦ ਨਹੀਂ ਆਇਆ। ਜਦੋਂ ਬੈਠਣ ਲੱਗ ਪਏ ਫਿਰ ਤੁਹਾਨੂੰ ਰਸ ਆਉਣ ਲੱਗ ਪਿਆ, ਫਿਰ ਤੁਹਾਡੀ ਤਪੱਸਿਆ ਪ੍ਰਵਾਨ ਹੋ ਗਈ, ਫਿਰ ਤੁਹਾਨੂੰ ਚੌਂਕੜੀ ਜਿਹੜੀ ਮਾਰੀ ਹੋਈ ਹੈ ਇਹ ਦੁੱਖ ਨਹੀਂ ਦਿੰਦੀ। ਗੁਰੂ ਕਿਰਪਾ ਕਰਨ। ਇਸ ਕਰਕੇ ਇੰਦਰੀ ਨਿਗਰਹਿ ਤਪ ਸੋ ਤਪੰਤ। ਇੰਦਰੀਆਂ ਨੂੰ ਕੰਟਰੋਲ ਕਰਨਾ। ਇਹਨਾਂ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਦੀਆਂ ਪੰਜਾਂ ਤੱਤਾਂ ਦੀਆਂ 25 ਪ੍ਰਕਿਰਤੀਆਂ, ਜਦੋਂ ਇਹਨਾਂ 40 ਨੂੰ ਇਕੱਠੇ ਕਰ ਲਿਆ ਆਪਾਂ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਤੱਤ 15, ਤੇ ਪੰਜਾਂ ਤੱਤਾਂ ਦੀਆਂ 25 ਪ੍ਰਕਿਰਤੀਆਂ। ਜਿਵੇਂ ਪਾਣੀ ਦੀ ਸਾਡੇ ਅੰਦਰ ਪ੍ਰਕਿਰਤੀ ਹੈ ਰਸ, ਖੂਨ, ਬਿੰਦ, ਔਰ ਜਿਹੜਾ ਚਰਬੀ ਹੈ ਜਿਹੜੀ ਕੋਮਲ ਹੈ, ਜਿਹੜੀ ਪੰਗਲ ਕੇ ਘਿਓ ਬਣ ਜਾਂਦੀ ਹੈ ਅੰਦਰ ਸਾਡੇ ਚਰਬੀ, ਇਹ ਪਾਣੀ ਤੱਤ ਦੀਆਂ ਪ੍ਰਕਿਰਤੀਆਂ। ਇਸੇ ਤਰ੍ਹਾਂ ਮਿੱਟੀ ਦੀਆਂ ਪ੍ਰਕਿਰਤੀਆਂ ਜਿਹੜੀਆਂ ਹਨ, 9 ਦੰਦ, ਹੱਡੀਆਂ ਆਦਿ ਆਦਿ, ਵਾਲ ਹੋਏ ਸਾਡੇ, ਇਹ ਪੰਜ ਪ੍ਰਕਿਰਤੀਆਂ ਮਿੱਟੀ ਦੀਆਂ ਹਨ। ਇਸ ਤਰ੍ਹਾਂ ਪੰਜਾਂ ਤੱਤਾਂ ਦੀਆਂ 25 ਪ੍ਰਕਿਰਤੀਆਂ। ਇਸ ਤਰ੍ਹਾਂ ਇਹ 25 ਪ੍ਰਕਿਰਤੀਆਂ ਜਿਹੜੀਆਂ ਹਨ, 25 ਤੇ 15 40, ਜਿੱਦੇ 40 ਆਪਣੇ ਵਸ ਵਿੱਚ ਕਰ ਲਏ ਉਹਦੇ ਮਨ ਵਸ ਵਿੱਚ ਆ ਜਾਊਗਾ। 40 ਸ਼ੇਰ ਦਾ ਮਨ ਬਾਹਰ, 40 ਪੁਆਇੰਟਾਂ ਦਾ ਸਾਡਾ ਅੰਦਰਲਾ ਮਨ ਹੈ। ਇਹਨਾਂ 40 ਪੁਆਇੰਟਾਂ ਨੂੰ ਕੰਟਰੋਲ ਕਰਨਾ ਬੜਾ ਔਖਾ ਹੈ। ਜਦ ਗੁਰੂ ਵਾਲਾ ਬਣ ਗਿਆ ਤੇ ਪਰ ਪਹਿਲਾਂ ਠੇਕੇ ਤੇ ਜਾਂਦਾ ਸੀਗਾ, ਫਿਰ ਕਦੇ ਨਾ ਕਦੇ ਅੰਦਰੋਂ ਭੱਲ ਜੇ ਉੱਠਦੀ ਆ, ਕਹਿੰਦਾ ਚੱਲੀਏ ਉਧਰ ਨੂੰ, ਫਿਰ ਉਧਰੋਂ ਪੈਰ ਰੋਕਣੇ ਤਪੱਸਿਆ ਹੀ ਆ। ਕੋਈ ਸਤਨਾਮ, ਬਹੁਤ ਔਖਾ ਹੈ ਨਾ। ਪਰ ਜਿਹਨੇ ਰੋਕ ਲਿਆ, ਜਿਹਨੇ ਕੰਟਰੋਲ ਕਰ ਲਿਆ ਆਪਣੇ ਵਿਕਾਰਾਂ ਤੇ, ਉਹਦੀ ਤਪੱਸਿਆ ਪੂਰੀ ਹੋ ਗਈ। ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਹੈ ਇਹ ਸਾਇੰਟੀਫਿਕ ਗੱਲਾਂ ਦੱਸੀਆਂ ਗਈਆਂ ਹਨ। ਬਾਬਾ ਜੀ ਕਹਿੰਦੇ ਮਮੁਖੀ ਕੋ ਉਪਦੇਸ਼ ਨਿਦਾਨ ਸੋ ਤਿਖਿਆ ਰਾਗ ਰੁਧ ਵੈਕ ਸਹੰਤ। ਔਰ ਮਮੁਖੀ ਭਾਵ ਗੁਰਮੁਖੀ, ਜਿਹੜਾ ਗੁਰਮਤਿ ਅਨੁਸਾਰ ਚੱਲਦਾ ਹੈ, ਉਸ ਨੂੰ ਸਮਝਾਉਣਾ ਵੀ ਇਹ ਦਾਨ ਹੈ। ਹਿੰਦੂ ਮਤ ਵਿੱਚ ਦਾਨ ਹੈ ਵਸਤੂਆਂ ਦਾ। ਗੁਰੂ ਨਾਨਕ ਦੇ ਘਰ ਵਿੱਚ ਦਾਨ ਕਾਹਦਾ ਹੈ? ਗੁਰਮੁਖੀ ਕੇ ਅੱਖਰ ਹੈ ਜੇਤੇ, ਸਿੱਖ ਸਿੱਖ ਤੇ ਸਿੱਖੈ ਤੇਤੇ, ਆਪ ਸਿੱਖ ਕਰ ਅਵਰ ਸਿਖਾਵੇ। ਤਾਂ ਇਹ ਸਾਡੇ ਘਰ ਵਿੱਚ ਦਾਨ ਕਿਹੜਾ? ਗਿਆਨ ਦਾ ਦਾਨ, ਵੰਡਣਾ। ਦਾਨਾ ਸਿਰਦਾਨ, ਨਾਮ ਦਾਨ, ਪਰਮੇਸ਼ਰ ਨਾਲ ਜੁੜਨ ਦਾ ਗਿਆਨ ਹੈ ਜਿਹੜਾ, ਇਹ ਵੰਡਣਾ, ਇਹ ਸਭ ਤੋਂ ਵੱਡਾ ਦਾਨ ਹੈ। जैसे सात मंदिर कंचन के सवार दान दीने, तैसा फल एक सिख को शब्द सिखाएगा। जिमें कोई 7 सियाने दे घर बना के दान कर देवे, किड्डा वड्डा दान है, इन्ना सियाना कित्थों लियावांगे?
पर उदों भी ज़्यादा फल है जे किसी एक नूं गुरु नाल जोड़ दीए शब्द सिखा के, तो उहदी जिंदगी सुधर गई। जी वो पहला नशे करता सी, शराबां पींदा सी, तो उहदी जिंदगी बदल गई। सोने दे दान तो वड्डा दान है गुरमत सिखाउणी, को सतनाम श्री। इस करके पातशाह जी कहते हैं गुरु नानक दे घर विच दान है उपदेश करना, गुरमत दा ज्ञान देना। ततिखिया रागर द्वैख सहंत, ईरखा दुई द्वैत निंदिया चुगली तो उच्चे उठ के हमेशा प्रेम करना जी। खाए आहार सूर सुर वर्त सो खाए, अयुक्त न एक उपवास। और खाए आहार सूर सुर, सूर दा अर्थ नहीं कि सूर खाना, भाव सूरज चढ़े तो भुख लगी तो भोजन खावे। जदों कहन लगे भुख लगे उस वेले भोजन खावे। अजुगत न यह उपवास, कहन लगे ज़्यादा वर्त रखन की लोड़ नहीं, अल्प आहार। वर्त नहीं रखने असी, वर्त न राखो ना मह रमदाना। कबीर साहब जी नूं कोई कहना सी ये हिंदू है, कोई कहते सी ये मुसलमान है, पर भगत जी अपने बचनों विच कहते हैं ना मैं वर्त रखदा ना मैं रोजे रखदा, कोई सतनाम। वर्त ना राखो ना मैं रमदाना। मसीह उस नूं मनदे हां जिहड़ा आल वर्ल्ड दा मालक है। ना मैं गंगा ते जावां ते ना मैं मक्के जावां। कबीर साहब जी ने इन्हां चीज़ां नूं कट करके जिहड़ी दुनिया दो फड़ होई पई सी उहनां नूं जोड़न दी कोशिश कीती है। सतगुरां ने हर थां ते परमेश्वर दिखाया है। जिवें मक्के दे विच धन गुरु नानक देव जी गए शामां जियां नूं, और मक्का विचाले काले रंग का जिहड़ा वो कमरा बिल्डिंग उन्होंने मक्का कहते हैं। 4 छपेरे परिक्रमा है, उत्थे मुसलमान वीर अपनी नमाज करते हैं। बाबा नानक जी शामां नूं गए तो लंबे पै गए। तड़के जीवन मुल्ला नाम का एक सेवादार झाड़ू मारन वाला आया है। हरमंदर साहब भी आउंदे आ तड़के 2 बजे, सेवादार 12 बजे आने शुरू हो जाते हैं। परिक्रमा च पए हुए सिखां नूं देखदे आ। समय समय नाल जो परिक्रमा की सफाई होंदी है फिर पानी मार के सब नूं उठाउंदे आ। तो जीवन मुल्ला आया तो पए हुए नमाजियां नूं हाजियां नूं वेख रहा है। वेखदे वेखदे बाबे नानक दे कोल आ गया। कहंदे यार आ कैसा हाजी है, इहनूं पता नहीं भी इधर खुदा दा घर है। गुस्से च आ गए, आते आके लत्त मारी पैरों च। बाबा जी कहंदे की हो गया भाई? वो कहंदे तू मुसलमान है कि काफर है? तैनू पता नहीं इधर खुदा दा घर है, इधर पैर करके पे आ। बाबा जी कहते यार थके हुए आए सी रात नूं, पता ही नहीं लग्या किधर पैर करने आ। को सतनाम, तू जिधर तेरा खुदा है नहीं मेरे पैर उधर कर दे। वो गुस्से दे विच तां सीगा ही। पातशाह नूं चरनां कोलों फड़िया ते लंबे पियां दा शरीर ऐ घुमा दिता। चौथा हिस्सा फिर वेखदा पासे हो गया मक्के तो, झाकिया तो मक्का फिर पैरों के सामने पिया। हैरान हो के आपदियां अखां मलदा है भी मैं कुछ किया भी है कि नहीं किया। चलो फिर आप पैर चक्के दोबारा, चौथा केसा फिर घुमाते। फिर उठ के देखदा मक्का पासे हो गया कि नहीं, तो मक्का फिर सामने खड़ा है। तीजी बार फिर घुमाए, मक्का फिर सामने खड़ा। रौला पाता, कहना उठ कर तू कोई काफर लगदा, कोई छलेडा लगदा, कोई छलिया लगदा, निकल इथों बाहर साडी हद चों, नहीं तो कोई अड़वंग मुसलमान आऊगा तेनू मार दूगा। जो उच्ची बोलन लग्या रौला पै गया। दूजे हाजी भी उठ खड़े, बाबा भी उठ खड़े। कहते गल की हो गई? कहते जी ये काफर लगता है क्योंकि मक्के दे विच होर किसी नूं जाण दा हुक्म नहीं हैगा। को सतनाम, इनू काफर नूं बाहर कढो। बाबा नानक जी ने गल की हो गई? तू समझ बई तू मेरे पैर घुमाते, तेरा मक्का भी बराबर घूम गया, तो तेनों एक इशारा है कि खुदा 4 छपेरे रहिंदा, किसी एक थां ते नहीं रहिंदा। को सतनाम। फिर उत्थे पातशाह जी ने हाजियां काजियां नूं जिहड़े इकट्ठे हो गए सब नूं उत्थे बेअंत ज्ञान दिता। भाई बाले वाली साखी चों मक्के मदीने की साखी पढ़ के देखो फिर किन्नियां विचारां उत्थे होईयां। इत्थे रिपीट करिए तो वो साखी ही जिहड़ी है कोई 15-20 अंगां दी है, जिहड़ी जल्दी मुक्कण वाली नहीं। खैर मनोवृत्तियां उत्थे रखीए आपां। खाए आहार लोड़ मुताबक, दिन चढ़े भोजन छके प्रशादा छके,
ਅਜੁਗਤਨ ਇਹ ਉਪਵਾਸ ਜੁਗਤੀ ਦੇ ਨਾਲ ਜੀਵਨ ਬਤੀਤ ਕਰੇ, ਵਰਤ ਰੱਖਣ ਦੀ ਲੋੜ ਨਹੀਂ। ਨਿਰ ਅਗਨੀ ਸੋ ਅਗਨ ਤਪ ਹੈ, ਇਸਤਰੀ ਵਰਜਨ ਸੰਗ ਨ ਤਾਸ। ਇੱਕ ਨੰਬਰ ਇਹ ਹੈ ਕਿ ਜਹਾਂ ਤਹਾਂ का ਭੋਜਨ ਨਾ ਖਾਵੇ ਜਿਹਨੇ ਪਰਮੇਸ਼ਰ ਨੂੰ ਸਿਮਰਨਾ ਹੈ। ਦਸਾਂ ਨੌਹਾਂ ਦੀ ਕਿਰਤ ਕਰਕੇ ਖਾਵੇ, ਆਪਣੇ ਹੱਥ ਦਾ ਖਾਵੇ। ਔਰ ਨਿਰ ਅਗਨੀ ਸੋ ਅਗਨ ਨ ਤਾਪੈ, ਜਿਹੜੀ ਅੱਗ ਹੈ ਉਸ ਦੀਆਂ ਜਿਹੜੀਆਂ ਤਪੱਸਿਆ ਕਰਨੀਆਂ, ਧੂਣੀਆਂ ਲਾ ਕੇ ਆਦਿ, ਉਹ ਸਿੱਖ ਨੇ ਨਹੀਂ ਕਰਨੀਆਂ। ਇਸਤਰੀ ਵਰਜਨ ਸੰਗ ਨ ਤਾਸ, ਇਸਤਰੀਆਂ ਦੇ ਨਾਲ ਗੱਲਾਂ ਕਰਨ ਤੋਂ ਬਚੇ। ਭਾਵ ਧੀਆਂ ਭੈਣਾਂ ਦੇ ਨਾਲ ਤਾਂ ਵਿਚਾਰਾਂ ਕਰਨੀਆਂ, ਇੱਥੇ ਇਸਤਰੀ ਦਾ ਮਤਲਬ ਗਲਤ ਸੋਚ ਦੇ ਨਾਲ, ਜਿਹੜਾ ਦਿਮਾਗ 'ਚ ਗਲਤ ਸੋਚ ਰੱਖਣੀ ਹੈ, ਉਸ ਤੋਂ ਬਚਣਾ ਕਰੇ। ਮਾਦਕ ਵਰਜਨ ਭੰਗ ਆਦ ਜੇ ਪਾਲਨਾ, ਕਰੇ ਅਮਲ ਨਿਰਜਾਸ। ਇਹਨਾਂ ਚੀਜ਼ਾਂ ਦਾ ਕਦੇ ਵੀ ਰੱਬ ਨੂੰ ਪਾਉਣ ਵਾਲੇ ਨੇ ਨਸ਼ਾ ਨਹੀਂ ਕਰਨਾ। ਨਾ ਮਾਦਕ ਕਹਿੰਦੀ ਆ ਫੀਮ ਨੂੰ, ਨਾ ਫੀਮ, ਨਾ ਭੰਗ, ਨਾ ਪਾਨ, ਔਰ ਨਾ ਹੀ ਤਮਾਕੂ ਆਦਿ। ਇਹਨਾਂ ਅਮਲਾਂ ਤੋਂ, ਇਹਨਾਂ ਨਸ਼ਿਆਂ ਤੋਂ ਬਚ ਕੇ ਰਹੇ। ਇਹ 15 ਕਿਨ ਨੇਮ ਕਹੇ ਸਭ, ਅੰਗ ਜੋਗ ਕੋ ਦੁਤੀਏ ਪ੍ਰਕਾਸ਼। ਇਹ ਸੀ ਨੇਮ ਦੇ 15 ਅੰਗ। ਅੱਗੇ ਅਗਲਾ ਜਿਹੜਾ ਹੈ ਗੁਰੂ ਪਿਆਰਿਓ, ਉਹ ਚੱਲਦਾ ਹੈ ਕਿ ਆਸਣ ਕਿਵੇਂ ਲਾਉਣਾ ਹੈ। ਇਹਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਆਸਣ, ਆਸਣ ਕੀ ਆ? ਬੈਠਣ ਦਾ ਢੰਗ। ਇੱਕ ਤੁਸੀਂ ਚੌਂਕੜਾ ਮਾਰ ਕੇ ਬੈਠੇ ਹੋ, ਇਹ ਗੁਰੂ ਪਿਆਰਿਓ ਆਸਣ ਲਾਉਂਦੇ ਹਨ। ਇਧਰੋਂ ਪੈਰ ਚੱਕਿਆ, ਥੱਲੇ ਦੀ ਕੱਢ ਕੇ ਲਾਦੇ, ਇੱਧਰ ਇੱਥੇ ਰੱਖਿਆ, ਦੂਜਾ ਇਹਦੇ ਵਿੱਚ ਦੀ ਕੱਢ ਕੇ ਇੱਥੇ ਰੱਖਿਆ। ਇਹ ਵੀ ਆਸਣ ਹੈ। ਔਰ ਗੁਰੂ ਪਿਆਰਿਓ ਜੰਗਲਾਂ ਦੇ ਵਿੱਚ ਜੋਗੀ ਲੋਕ ਪੁੱਠੇ ਸਿੱਧੇ ਆਸਣ ਵੀ ਲਾਉਂਦੇ ਆ। ਕੋਈ ਦਰਖਤਾਂ ਨਾਲ ਲਮਕੀ ਜਾਂਦਾ, ਜਿਵੇਂ ਬਾਂਦਰ ਲਮਕਦੇ ਹੁੰਦੇ ਆ ਕਈ ਵਾਰੀ ਡਾਹਣਿਆਂ ਦੇ ਉੱਤੇ। ਇਸੇ ਤਰ੍ਹਾਂ ਕੋਈ ਧੂਣੀਆਂ ਦੇ ਵਿੱਚ ਬੈਠਦਾ। ਤਾਂ ਇੱਥੇ ਭਾਈ ਸਾਹਿਬ ਜੀ ਕਹਿੰਦੇ ਜੇ ਆਸਣ ਦੀ ਗੱਲ ਕਰੀਏ, ਲੱਖ 84 ਜੋਨ ਜੀਵ ਕੀ, ਬੈਠਕ ਤਿਤੀ ਸੋ ਆਸਨ ਜਾਨ। 84 ਲੱਖ ਜੂਨ ਹੈ। 84 ਲੱਖ ਜੂਨਾਂ ਦੇ ਜੀਵਾਂ ਦਾ ਜਿਹੜਾ ਬੈਠਣਾ ਹੈ ਉਹਨੂੰ ਆਸਣ ਕਹਿੰਦੇ ਆ। ਬਸ 84 ਲੱਖ ਜੂਨਾਂ ਦੇ ਜੀਵ ਹੈ ਜਿਹੜੇ, ਉਹਨਾਂ ਦੇ ਬੈਠਣ ਦੇ ਢੰਗ ਨੂੰ ਆਸਣ ਕਹਿੰਦੇ ਆ। ਕੋਈ ਉੱਠ ਆਸਣ 'ਚ ਬਹਿੰਦਾ, ਜਿਵੇਂ ਗੋਡੇ ਮੂਧੇ ਮਾਰ ਕੇ, ਉੱਠ ਗੋਡੇ ਮੂਧੇ ਮਾਰ ਕੇ ਬਹਿੰਦਾ, ਮੂਹਰਲੇ ਕਹੋ ਸਤਨਾਮ ਜਦ ਬਹਿੰਦਾ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਆਸਣ ਹੈ। ਉਹਨਾਂ ਆਸਣਾਂ ਦੀ ਗੱਲ ਕਰਦੇ ਹੋਏ 84 ਲੱਖ ਆਸਣਾਂ ਦੇ ਵਿੱਚੋਂ 16 ਖਾਸ ਮੰਨੇ ਗਏ। ਫਿਰ ਉਹਨਾਂ 16 ਦੇ ਵਿੱਚੋਂ 4 ਖਾਸ ਮੰਨੇ ਗਏ ਜਿਨ੍ਹਾਂ ਨੂੰ ਨਾਮ ਜਪਣ ਵਾਲੇ ਵਰਤਦੇ ਆ। ਇਹ ਵਿਚਾਰਾਂ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਆਓ 2 ਮਿੰਟ ਸਿਮਰਨ ਕਰੀਏ, ਫਿਰ ਸਮਾਪਤੀ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ। ਜਪੋ ਧਿਆਨ ਨਾਲ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। हे अच्युत हे पार ब्रह्म अविनाशी ਅਗਨਾਸ हे पूरन हे सर्व मैं ਪੰਜਨ ਗੁਣਤਾਸ हे संगी हे निरंकार हे निर्गुण ਸਭ ਟੀਕ हे गोविंद हे गुण निधान ਜਾਕੀ ਸਦਾ ਬਵੇਕ हे अपरंपर हर हरे ਪੀ ਹੋ ਬਨਹਾਰ हे संत कै सदा संग ਦਾਰਾ ਆਧਾਰ हे ठाकुर हों दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਹੋਏ ਪਰੋਏ आए प्रभ शरणागते ਕਿਰਪਾ ਨਿਤ ਦਿਆਲ एक अखर हर मन बसत ਨਾਨਕ ਹੋਤ ਨਿਹਾਲ एक अंकारा सतगुरु ਇਹ ਪ੍ਰਸਾਦ ਸਚ ਹੋਏ वाहिगुरु जी की फतेह है ਵਿਨਾਸ਼ਨ ਸੋਏ वाहिगुरु जी की फतेह है ਵਿਨਾਸ਼ਨ ਸੋਏ वाहिगुरु जी का खालसा वाहिगुरु जी की फतेह।